ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ, ਅੱਜ ਦਾ ਫਤਿਹ ਜੀ। ਸਾਡਾ ਪ੍ਰੋਗਰਾਮ ਜਿਹੜਾ ਹੈਗਾ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਵਿਚਾਰਾਂ ਅੱਜ ਕਰਨੀਆਂ ਹੈਗੀਆਂ, ਕਿਉਂਕਿ ਇਸ ਹਫਤੇ ਦੇ ਵਿੱਚ ਜਦੋਂ ਇਹ ਹਫਤਾ ਸ਼ੁਰੂ ਹੁੰਦਾ ਹੈਗਾ, ਇਹਦੇ ਵਿੱਚ ਦੋ ਮਹਾਨ ਸ਼ਹੀਦ ਸਿੰਘਾਂ ਦਾ ਜ਼ਿਕਰ ਜਿਹੜਾ ਦਿਨ ਹਮੇਸ਼ਾ ਆਉਂਦਾ, ਸ਼ਹੀਦ ਭਾਈ ਮਨੀ ਸਿੰਘ ਜੀ ਦਾ ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ। ਉਹ ਪਹਿਲੀ ਸਾਵਣ ਨੂੰ ਜਿਹੜਾ ਹੈਗਾ ਹਮੇਸ਼ਾ ਜਿਹੜਾ ਹੈਗਾ ਮਨਾਇਆ ਜਾਂਦਾ ਹੈਗਾ। ਤੇ ਇਸ ਸਬੰਧ ਦੇ ਵਿੱਚ ਕਿਉਂਕਿ ਜਿਹੜਾ ਹਾੜ ਦਾ ਮਹੀਨਾ ਖਾਸ ਕਰਕੇ ਜਿਹੜਾ ਹੈਗਾ, ਇਹਦੇ ਵਿੱਚ ਤਕਰੀਬਨ ਜਿਹੜੀਆਂ ਹੈਗੀਆਂ ਸਾਡੀਆਂ ਵੱਡੀਆਂ ਸ਼ਹੀਦੀਆਂ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਂਦਾ, ਤੇ ਇਹਦੇ ਸਬੰਧ ਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ, ਸ਼ਹੀਦ ਭਾਈ ਮਨੀ ਸਿੰਘ ਜੀ ਦੇ ਇਤਿਹਾਸ ਦੇ ਬਾਰੇ ਜਿਹੜਾ ਹੈਗਾ ਆ, ਉਹ ਸਾਨੂੰ ਪੰਜਾਬ ਵਾਲਿਆਂ ਨੂੰ ਜਾਂ ਦਿੱਲੀ ਵਾਲਿਆਂ ਨੂੰ ਤਾਂ ਬਹੁਤ ਪਤਾ ਹੈਗਾ, ਮਗਰ ਜਿਹੜੇ ਦੂਸਰੀ ਸਾਈਡ ਹੈਗੇ ਹਿੰਦੀ ਭਾਸ਼ੀ ਜਿਹੜੇ ਹੈਗੇ, ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ ਕਿ ਕਿੱਡਾ ਵੱਡਾ ਇਤਿਹਾਸ, ਵਿਚਿੱਤਰ ਇਤਿਹਾਸ ਜਿਹੜਾ ਹੈਗਾ ਆ। ਅਸੀਂ ਸਿੱਖ ਕੌਮ ਜਿਹੜੀ ਹੈਗੀ ਆ ਆਪਣੇ ਦਿਲ ਦੇ ਵਿੱਚ ਸਮੋਈ ਬੈਠੀ ਹੈਗੀ ਆ, ਬੜਾ ਮਹਾਨ ਇਤਿਹਾਸ ਹੈ। ਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਆ, ਉਹਦਾ ਜਿਹੜਾ ਹੈਗਾ ਜਦੋਂ ਕਥਨ ਕਰਦੇ ਆ ਤੇ ਇੱਕ ਮਹਾਨਤਮ ਸ਼ਹੀਦੀਆਂ ਦੇ ਵਿੱਚ ਜਿਹੜੀ ਸ਼ਹੀਦੀ ਆਉਂਦੀ ਹੈਗੀ। ਭਾਈ ਰਜਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਹੈਗੇ ਆ ਦਿੱਲੀ ਤੋਂ, ਤੇ ਉਹ ਭਾਈ ਮਨੀ ਸਿੰਘ ਜੀ ਦੇ ਬਾਰੇ ਜਿਹੜੀ ਹੈਗੀ ਆਪਣੀ ਵਿਚਾਰ ਜਿਹੜੀ ਹੈਗੀ ਆ ਸ਼ੁਰੂ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜਨਮ ਤੇ ਗੁਰੂ ਘਰ ਦੇ ਨਾਲ ਕਿਸ ਤਰ੍ਹਾਂ ਮੇਲ ਹੁੰਦਾ, ਤੇ ਫਿਰ ਅੱਗੇ ਜਿਹੜੀ ਹੈਗੀ ਆ ਸ਼ਹਾਦਤ ਤੱਕ ਜਿਹੜਾ ਹੈਗਾ ਸਫ਼ਰ ਕਿਸ ਤਰ੍ਹਾਂ ਚੱਲਦਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਮੈਂ ਜ਼ਰੂਰ ਇੱਕ ਗੱਲ ਕਹਾਂਗਾ ਜੀ, ਜਿਹੜਾ ਇਹ ਸੰਸਕਾਰ ਹੁੰਦੇ ਨੇ ਨਾ, ਜਿਹੜੇ ਗੁਰੂ ਘਰ ਦੇ ਵਿੱਚ ਜਿਨ੍ਹਾਂ ਦੀ ਵੱਡੀਆਂ ਕਮਾਈਆਂ ਹੈਗੀਆਂ ਨਾ, ਉਹਨਾਂ ਦੇ ਵੱਡੇ ਕਿਤੇ ਨਾ ਕਿਤੇ ਪਹਿਲੇ ਗੁਰੂ ਘਰ 'ਚ ਜੁੜੇ ਰਹੇ ਨੇ। ਉਹ ਜੋੜ ਦਾ ਨਤੀਜਾ ਰਿਹਾ ਕਿ ਉਹ ਗੁਰੂ ਸਾਹਿਬ ਦੇ ਨਾਲ ਨੇੜਤਾ ਰਹੀ ਸਭ ਦੀ। ਤੇ ਏਦਾਂ ਹੀ ਭਾਈ ਮਨੀ ਸਿੰਘ ਜੀ ਦਾ ਪਰਿਵਾਰ ਵੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਇਹਨਾਂ ਪਰਿਵਾਰਾਂ ਦੇ ਨਾਲ ਚੱਲਦਾ ਗੁਰੂ ਘਰ ਦੇ ਨਾਲ, ਹਾਂਜੀ, ਗੁਰੂ ਘਰ ਦੇ ਨਾਲ ਮਤਲਬ ਚੱਲਦੇ ਰਹੇ। ਔਰ ਗੁਰੂ ਸਾਹਿਬ ਲਈ ਭਾਈ ਮਨੀ ਸਿੰਘ ਔਰ ਉਹਨਾਂ ਦੇ ਪਰਿਵਾਰ ਦੀ ਇੰਨੀਆਂ ਬੇਅੰਤ ਸ਼ਹੀਦੀਆਂ ਹੈ ਕਿ ਉਹਨਾਂ ਸ਼ਹੀਦੀਆਂ ਨੂੰ ਅਸੀਂ ਗਿਣਿਆ ਵੀ ਨਹੀਂ ਜਾ ਸਕਦਾ। ਉਹ ਐਸੀ ਸ਼ਹੀਦੀਆਂ ਹੈ ਔਰ ਐਡੀ ਸਿਰਕੱਢਵੀਂ ਸ਼ਹੀਦੀਆਂ ਕਿ ਜਿਨ੍ਹਾਂ ਨੂੰ ਕਿ ਅਸੀਂ ਅਗਰ ਅਸੀਂ ਕਹੀਏ ਕੰਪੈਰੇਟਿਵਲੀ ਗੱਲ ਕਰੀਏ ਤੇ ਇੱਕ ਪੂਰਾ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਗੁਰੂ ਘਰ ਨੂੰ ਸਮਰਪਿਤ ਔਰ ਗੁਰੂ ਘਰ ਲਈ ਸਭ ਦੀਆਂ ਡੈਡੀਕੇਸ਼ਨ ਔਰ ਉਹਨਾਂ ਦੀ ਸ਼ਹਾਦਤਾਂ। ਔਰ ਗੁਰੂ ਸਾਹਿਬ ਦੇ ਦੋ ਪੀਰੀਅਡ ਸੀ। ਇੱਕ ਪੀਰੀਅਡ ਜਿਹੜਾ ਕਿ ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਔਰ ਇਹ ਸਾਰਾ ਸਮਾਂ ਗੁਰੂ ਘਰ ਦੇ ਨਾਲ ਜਿਹੜਾ ਉਹਨਾਂ ਨੇ ਦੇਖਿਆ ਔਰ ਉਸ ਹਿਸਾਬ ਨਾਲ ਚੱਲੇ। ਹਾਂਜੀ, ਉਹ ਪੀਰੀਅਡ ਵੀ ਦੇਖਿਆ। ਉਸ ਤੋਂ ਬਾਅਦ ਪੋਸਟ ਪੀਰੀਅਡ ਗੁਰੂ ਸਾਹਿਬਾਨ ਤੋਂ ਬਾਅਦ ਦਾ ਜੋ ਪੀਰੀਅਡ ਹੈ, ਉਸ ਸਮੇਂ ਵੀ ਜੋ ਪੰਥ ਦੀ ਬਾਗਡੋਰ ਜੇ ਅਗਰ ਕਿਸੇ ਨੇ ਬੜੇ ਸੁਚੱਜੇ ਢੰਗ ਨਾਲ ਚਲਾਈ ਹੈ ਤੇ ਉਹ ਭਾਈ ਮਨੀ ਸਿੰਘ ਹੈ। ਭਾਈ ਮਨੀ ਸਿੰਘ ਉਹ ਨੇ ਜਿਨ੍ਹਾਂ ਨੇ ਹਮੇਸ਼ਾ ਪੰਥ ਨੂੰ ਸੇਧ ਦਿੱਤੀ। ਠੀਕ ਹੈ। ਗੁਰੂ ਸਾਹਿਬ ਦੇ ਜਿਹੜਾ ਵਿਜ਼ਨ ਹੈ, ਉਸ ਵਿਜ਼ਨ ਦੇ ਨੂੰ ਅਗਰ ਕਿਸੇ ਨੇ ਉਹਨੂੰ ਮੈਂ ਕਹਾਂ ਕਿ ਅਮਲੀ ਰੂਪ ਚ ਲਿਆਉਣ ਦੀ ਜਿਹੜਾ ਗੁਰੂ ਸਾਹਿਬ ਦੇ ਪੀਰੀਅਡ ਤੋਂ ਬਾਅਦ ਜਿਹੜਾ ਅਮਲੀ ਰੂਪ ਦੇ ਵਿੱਚ ਉਹ ਜਿਹੜਾ ਪੰਥਕ ਰਵਾਇਤਾਂ ਹੈ ਉਹਨਾਂ ਨੂੰ ਅਗਰ ਜਿੰਦਾ ਰੱਖਿਆ ਤੇ ਉਹਨਾਂ ਰਵਾਇਤਾਂ ਲਈ ਭਾਈ ਮਨੀ ਸਿੰਘ ਜੀ ਦਾ ਜਿਹੜਾ ਨਾਮ ਹੈ ਉਹ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਏਗਾ। ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜਿਹੜੀ ਆ ਉਹਨਾਂ ਦੀ ਘਾਲਣਾ, ਉਹਨਾਂ ਦੀ ਬਾਣੀ ਦੇ ਪ੍ਰਤੀ ਉਹਨਾਂ ਦਾ ਲਗਾਵ, ਉਹਨਾਂ ਦਾ ਸ਼ਸਤਰ ਵਿਦਿਆ ਲਈ ਲਗਾਵ, ਕਿਉਂਕਿ ਜਿਹੜਾ ਪਰਿਵਾਰ ਹੈ, ਇਹ ਜਿਹੜਾ ਪਰਿਵਾਰ ਹੈ, ਇਹ ਪਰਿਵਾਰ ਬੇਸਿਕਲੀ ਉਹ ਬ੍ਰਾਹਮਣ ਪਰਿਵਾਰ, ਮਤਲਬ ਪਿੱਛੋਂ ਇਹਨਾਂ ਦਾ ਜੋ ਪਿਛੋਕੜ ਹੈ ਉਹ ਬ੍ਰਾਹਮਣ ਪਰਿਵਾਰ ਨੇ ਜਿਹੜੇ ਕਿ ਬ੍ਰਹਮ ਵਿਦਿਆ ਦਾ ਪ੍ਰਚਾਰ ਨਹੀਂ ਕਰਦੇ ਸਨ। ਉਹ ਮਤਲਬ ਸ਼ਸਤਰ ਵਿਦਿਆ ਦੇ ਨਾਲ ਉਹ ਮਤਲਬ ਤਿਆਗੀ, ਜਿਨ੍ਹਾਂ ਨੂੰ ਕਹਿੰਦੇ ਨਾ ਜੀ, ਜਿਹੜਾ ਕਿ ਜਿੱਦਾਂ ਬ੍ਰਾਹਮਣ ਨੂੰ, ਜਿੱਦਾਂ ਪੁਰਾਣੇ ਹਿੰਦੂ ਸਿਸਟਮ ਦੇ ਵਿੱਚ ਬ੍ਰਾਹਮਣ ਨੂੰ ਕਿਰਤ ਕਰਨ ਦਾ ਹੁਕਮ ਨਹੀਂ ਸੀ, ਬ੍ਰਾਹਮਣ ਕੰਮ ਨਹੀਂ ਕਰ ਸਕਦਾ ਸੀ, ਖੇਤੀ ਨਹੀਂ ਕਰ ਸਕਦਾ ਸੀ। ਇਹ ਉਹ ਪਰਿਵਾਰ ਸੀ ਜਿਹੜੇ ਛਿੱਬਰ, ਮੋਹਣ, ਇਹ ਜਿਹੜੇ ਇਹ ਭਾਈਚਾਰੇ ਸੀ, ਇਹ ਬ੍ਰਾਹਮਣਾਂ ਦੀ ਉਹ ਕੁਲਾਂ ਹੈਗੀਆਂ ਸੀ ਜਿਹੜੀਆਂ ਕਿ ਖੱਤਰੀਆਂ ਵਾਂਗਰ ਵਿਚਰਦੀ ਸੀ। ਤੇ ਇਹਨਾਂ ਨੇ ਪੰਥ ਨੂੰ ਸ਼ਸਤਰ ਵਿਦਿਆ ਦੀ ਦੇਣ, ਇਹਨਾਂ ਲੋਕਾਂ ਦੀ ਬਹੁਤ ਵੱਡੀ ਦੇਣ ਹੈ। ਔਰ ਦੇਖੋ, ਜਦੋਂ ਸਿੱਖ ਪੰਥ ਸ਼ਾਮਲ ਹੋ ਗਏ ਫਿਰ ਤੇ
जात पात तो बंदा रहे तो हो गया ना, फिर तो गल ही नहीं रहेगी जात पात की। ਅੱਜ ਵੀ ਅਸੀਂ ਜਦੋਂ ਦੇਖਦੇ ਆ, ਅਗਰ ਕੋਈ ਬੰਦਾ ਕਹਿੰਦਾ ਹੈ, ਉਹਨਾਂ ਨੂੰ ਉਸ ਨਜ਼ਰੀਏ ਨਾਲ ਤੋਲਦਾ ਹੈਗਾ, ਇਤਿਹਾਸ ਵਾਚਨ ਲਈ ਜ਼ਰੂਰ ਅਸੀਂ ਗੱਲ ਕਰ ਸਕਦੇ ਹਾਂ ਕਿ ਉਹ ਉਹਨਾਂ ਦਾ ਪਿਛੋਕੜ ਕੀ ਸੀ। ਲੇਕਿਨ ਅਗਰ ਐਜ਼ ਏ ਸਿੱਖ ਉਹਨਾਂ ਦੇ ਕੰਟਰੀਬਿਊਸ਼ਨ ਦੇਖਿਆ ਜਾਏ ਤੇ ਉਸ ਸਮੇਂ ਤੇ ਸਿੱਖ ਹੋਣ ਤੋਂ ਬਾਅਦ ਤੇ ਬੰਦੇ ਦੀ ਜਾਤ ਬਰਾਦਰੀ ਖਤਮ ਹੋ ਜਾਂਦੀ ਹੈ। ਹਾਂਜੀ, ਤੇ ਏਦਾਂ ਭਾਈ ਮਨੀ ਸਿੰਘ ਜੀ ਦਾ ਜੋ ਉਹਨਾਂ ਦੀ ਸ਼ਹਾਦਤਾਂ ਹੈ, ਉਹ ਉਹਨਾਂ ਦੀ ਜਿਹੜਾ ਸ਼ਹਾਦਤ ਸਮੇਂ ਜਦੋਂ ਬੰਦ ਕੱਟਣ ਦਾ ਹੁਕਮ ਹੋਇਆ ਤੇ ਉਹਨਾਂ ਨੇ ਕਿਹਾ ਨਹੀਂ, ਇਹ ਮੇਰੇ ਪੋਰੇ ਤੋਂ ਵੀ ਸ਼ੁਰੂ ਕਰੋ, ਮੇਰੇ ਪੋਰੇ ਤੋਂ ਸ਼ੁਰੂ ਕਰੋ। ਜਲਾਲ ਤੋਂ ਸ਼ੁਰੂ ਕਰਨ ਲੱਗਾ ਸੀ, ਉਹ ਕਹਿੰਦਾ ਨਹੀਂ, ਪੋਰੇ ਤੋਂ ਸ਼ੁਰੂ ਕਰੋ। ਇੰਨਾ ਬਾਣੀ ਦਾ ਦੇਖੋ, ਸ਼ਹਾਦਤ ਉਹ ਨਹੀਂ ਦੇ ਸਕਦਾ, ਸ਼ਾਂਤਮਈ ਸ਼ਹਾਦਤ ਉਹੀ ਬੰਦਾ ਦੇ ਸਕਦਾ ਜਿਹੜਾ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਏ, ਜਿਹਦੇ ਵਿੱਚ ਬਾਣੀ ਅੰਦਰ ਕੰਠ ਹੋਏ, ਜਿਹਨੂੰ ਬਾਣੀ ਦੇ ਨਾਲ ਲਗਾਵ ਹੋਏ, ਜਿਹਨੂੰ ਬਾਣੀ ਦੇ ਨਾਲ ਜਿਹੜਾ ਬਾਣੀ ਜਿਹੜਾ ਸਿਮਰਨ ਦੇ ਨਾਲ ਗੁਰੂ ਦੇ ਨਾਲ ਇੱਕਮਿਕ ਹੋਇਆ ਹੋਏ, ਗੁਰੂ ਦੇ ਸਿਧਾਂਤਾਂ ਨਾਲ ਇੱਕਮਿਕ ਹੋਇਆ, ਤੇ ਉਹੀ ਸ਼ਾਂਤ ਤਰੀਕੇ ਨਾਲ ਜਿਹੜਾ ਸ਼ਹਾਦਤ ਦੇ ਸਕਦਾ। ਤੇ ਕੋਈ ਜੋ ਬੰਦ हाँ जी, हाँ सिंह जी, एक मिनट अभी ये आपने जो बताया ना ब्राह्मण परिवार के थे, ये मतलब भाई मनी सिंह जी, इसके बारे में बहुत सारा सिस्टम, मतलब कोई तो इन्हें कहते हैं भी ये मनी सिंह जी थे, ये बंजारे थे, कोई कहते हैं सतनामी थे, कंफ्यूजन है इसमें, है? मैं उनकी बातें सुन रहा था, मैंने बाद में बात अपनी रिएक्ट करनी थी, क्योंकि इनका जो जन्म होता है वो पाकिस्तान का जो ऑक्युपाइड कश्मीर है, उसकी जो राजधानी है ना वजीराबाद, वहां पर कश्मीरी परिवार में जो है वो, वहां पर कश्मीरी सिख परिवार जो पहले थे उनमें इनका जन्म होता है। वो जो उनकी जो राजधानी है, इधर तो इंडियन ऑक्युपाइड की तो वो राजधानी श्रीनगर है ना, वैसे उनकी जो राजधानी है वहां पर मुजफ्फराबाद, क्या नाम उनका जो मेन आता है, वहां पर वो उनकी राजधानी है। मैं इस समय मेरे जहन से वो शहर का नाम जो है वो आ नहीं रहा है, जो उधर उनकी राजधानी है, वहां पर एक उनके नजदीकी गांव में उनका जो जन्म होता है। और उनका जो बैकग्राउंड जो है वो लुबाना समाज से जो है बताया जाता है, जो क्योंकि इतिहासकार अपने अपने तरीके से हर एक चीज को, क्योंकि हर की अपनी अपनी राय हो सकती है। आपने जहाँ पर पढ़ा है वहां पर ब्राह्मण समाज का हो सकता है, मगर जो मैंने जहाँ तक आज तक पढ़ा है वो यही पढ़ा है। एकदम सुन के मैं भी एकदम हैरान हो गया कि शायद, क्योंकि इतिहास को डाइवर्ट हमेशा ही आपको मालूम है कि किया जाता है, कोई ना कोई ऐसी जो बातें जो है, मसला हमेशा ही हमारी कौम में बना रहता है कि किसी न किसी तरीके से लिख दिया, किसी न किसी तरीके से लिख दिया। मगर ये जो आप पाकिस्तान ऑक्युपाइड कश्मीर है, वो उसकी जो राजधानी, उसके नजदीक इनका कश्मीर में जो है वो गांव था, और वहां से ये हो करके आते हैं। और इनके 11 पुत्र थे, और 11 के 11 पुत्र जो है वो सिख कौम के लिए शहीद हुए। और इसके बाद में और फैमिली मेंबर यदि हम उनके प्लसेस कर लें तो 42 के करीब जो है उनके फैमिली मेंबर्स हैं जो जामे शहादत पीते हैं सिख कौम के लिए। जब कौम को इसकी जरूरत पड़ी तो उसके बाद में भी शहादतों का दौर जो है वो चलता रहा है। 42 के करीब जो है शहादतें एक अकेले परिवार में, सिख कौम में यदि सबसे ज्यादा शहादतें जो है आज तक जो मानी जाती हैं तो वो भाई मनी सिंह शहीद जी के परिवार से मानी जाती है। और हाँ जी, और ऐसा है कि क्योंकि ऐसा है कि जो सर्वप्रवानित जो बात होती है ना, फिर उसको जो यदि जिनकी ज्यादा राय हिस्टोरियंस की होती है, फिर उसकी बात को जो वो काउंट ज्यादा किया जाता है। जैसे सॉरी मैं एक जगह गलती कर गया। मैं तो भाई जेठा और भाई प्राणा जी जड़े ने, मेरे ख्याल वो शायद ब्राह्मण परिवार तो, हाँ जी, वो भी छिब्बर ब्राह्मण। हाँ जी ते ये बड़ा परिवार सी। ये जिस तरह मेघराज सिंह जी ने दसी है गल, ते बताई है कि ये परिवार जो था वो एक जैसे बंजारा समाज, लुबाना समाज, शिकलीगर समाज, उनका एक ही एक ग्रुप बन जाता है ऊपर जाकर के। तो ये वहां से ये परिवार आता है, और ये गुरु घर से पहले से जुड़ा हुआ परिवार था, और इनका जो पहला नाम था वो मनिया करके आता है। और इनकी जो शहादत जो है वो, क्योंकि इन्होंने पीरियड देखा है, गुरु तेग बहादुर महाराज जी का भी पीरियड देखा है, जब खालसा सजाया गया है तब भी वही पीरियड देखा है। तो तकरीबन 90 साल की ऊपर की उम्र थी जब इनकी शहादत होती है। और ये अकाल तख्त के एक समय जो है सरबराह जिन्हें जथेदार कहते हैं, उनको माता
गुरु माता साहिब कौर जी ने इनको जो है माता साहिब कौर जी ने हाँ जी, उन्होंने इनको अपॉइंट किया था और वहां पर जाके एक बहुत बड़ा मसला था तत खालसा बंदई खालसा का, वो मसला इन्होंने सॉल्व भी कराया था। साडे नाल भाई दिलबाग सिंह जी बलेर साहब भी जुड़े हैं, ते इधरों ब्रजेश चौधरी जी वो भी हमारे साथ जुड़े हैं, क्योंकि ऐसी शहादत संसार में पहले कभी नहीं हुई। जो ये शहादत है ना ब्रजेश चौधरी जी, आपको ये जान के ताजुब होगा कि भाई मनी सिंह को जब शहीद किया गया तो उनकी उम्र जो थी वो 90 साल से ऊपर थी, 90 ईयर ओवर। और उनका जो शरीर था वो जब जलाद जो है वो अपना टोका चलाता है ना, वो कहते हैं कि मेरे जोड़ पर जो है वो हिट करो, और कहते हैं उनके शरीर के 64 भाग किए गए, 64 भाग उनके शरीर के 64 तरीके से, यानी कि उसके बाद में उनकी जो गर्दन जो है वो जो उड़ाई जाती है। और इतनी खतरनाक जो शहीदी है वो दुनिया के इतिहास में आज तक जो है ऐसी शहीदी जो है वो किसी ने पाई नहीं है, जो भाई मनी सिंह जी की शहीदी हुई है। भाई दिलबाग सिंह जी बलेर साहब साडे नाल जुड़े हैगे आ, वो अपने स्टार्टिंग तो जिस तरह भाई मनी सिंह जी का जीवन जिहड़ा हैगा गुरु घर दे नाल किस तरह जुड़िया, क्योंकि मुजफ्फराबाद कश्मीर तो इन्हां दा बैकग्राउंड जिहड़ा आउंदा हैगा। तुसीं इन्हां दे बारे अपने भाई मनी सिंह जी दे बारे संक्षेप जानकारी शुरू करो जी। भाई दिलबाग सिंह जी। हाँ जी, सारे प्यार वाले ना, मैं जिन्ने भी वॉइस ऑफ मानवता चैनल ते आपां जुड़े होए हैं, मैं फतेह अर्ज करदा हां जी। वाहिगुरू जी का खालसा, वाहिगुरू जी की फतेह। सब तो पहला आपां शहीद भाई मनी सिंह जी की शहादत, उन्हां दी कुर्बानी नूं सिजदा करदे हां, सदा ही प्रणाम करदे हां। भाई साहब दा मैनूं लगदा मैं थोड़ा जिहा लेट जुड़िया, काफी कुछ साझा हो गया, मैं सुन नहीं पाया। जन्म तो शुरू कीता सीगा गुरु घर दे विच इन्ना लंबा समा रहना भाई मनी सिंह दा जिहड़ी उन्हां दी होंद दर्शाउंदी है कि उन्हां दे जीवन दे विच अकाल पुरख ने जिहड़ा लगन ते दृढ़ता रखी सी, जिन्हों आपां भरोसा कहने आ कि अटुट विश्वास सी गुरु दे प्रति। भावें 6 साल दी उम्र भी विद्वानां ने लिखी है ते भावें 13 साल दी उम्र भी लिखी है, क्योंकि साडा इतिहास जिहड़ा है वो बहुत पक्षां ते बोलदा है, ਵੱਖਰੇ ਵੱਖਰੇ ਰੂਪਾਂ ਦੇ ਵਿੱਚ ਲਿਖਿਆ ਹੋਇਆ ਹੈ। ਤੇ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਘਰ ਵਿੱਚ ਆਏ, ਗੁਰੂ ਨਾਨਕ ਸਾਹਿਬ ਦੇ ਘਰ ਚ ਆਏ, ਤਾਂ ਚਾਹੇ ਉਹਨਾਂ ਦੀ 90 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਹੋ ਗਈ ਸੀ ਤੇ ਚਾਹੇ ਉਹਨਾਂ ਦੀ 95 ਸਾਲ ਦੀ ਉਮਰ ਚ ਸ਼ਹਾਦਤ ਹੋ ਜਾਂਦੀ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ 8 ਦਹਾਕੇ ਦਾ ਸਮਾਂ ਹੈ, ਲਗਭਗ 80-90 ਸਾਲ ਗੁਰੂ ਘਰ ਦੇ ਵਿੱਚ ਰਹਿ ਕੇ ਭਾਈ ਮਨੀ ਸਿੰਘ ਨੇ ਇੰਨੀਆਂ ਸੇਵਾਵਾਂ ਨਿਭਾਈਆਂ। ਭਾਈ ਮਣੀ ਸਿੰਘ ਦੇ ਅੰਦਰ ਸਮਰਪਿਤ ਭਾਵਨਾ ਬਹੁਤ ਜ਼ਿਆਦਾ ਸੀ, ਜਿਹਦੀ ਅੱਜ ਬੜੀ ਲੋੜ ਹੈ। ਅੱਜ ਸਾਡੇ ਸਮਾਜ ਦੇ ਅੰਦਰ ਦੇਖਦੇ ਆਪਾਂ ਭਟਕਣਾ ਬਹੁਤ ਜ਼ਿਆਦਾ ਹੈ। ਸਰਕਾਰਾਂ ਵੱਲੋਂ ਏਜੰਸੀ ਨਿਕਲਣ ਲੱਗ ਪੈਂਦੇ ਨੇ, ਸਾਲ ਕਿਸੇ ਬਾਬੇ ਨਾਲ, 5 ਸਾਲ ਕਿਸੇ ਬਾਬੇ ਨਾਲ, 2 ਸਾਲ ਕਿਸੇ ਬਾਬੇ ਦੇ ਨਾਲ, ਸਮਾਜ ਵਿੱਚ ਏਦਾਂ ਹੀ ਚੱਲਦਾ ਜ਼ਿਆਦਾਤਰ। ਪਰ ਇਸ ਮਹਾਨ ਗੁਰਸਿੱਖ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ, ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਬਹੁਤ ਭਟਕਣਾ ਦੇ ਵਿੱਚ ਰਹਿੰਦੇ ਨੇ, ਕਿ 8-9 ਦਹਾਕੇ 80-90 ਸਾਲ ਇੱਕ ਹੀ ਦਰ ਘਰ ਨਾਲ ਜੁੜੇ ਰਹਿਣਾ, ਤੇ ਉਹ ਵੀ ਦੁਨੀਆ ਦਾ ਮਹਾਨ ਦਰ ਘਰ ਗੁਰੂ ਨਾਨਕ ਸਾਹਿਬ ਜੀ ਦੇ ਘਰ 'ਚ ਇੰਨੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਉਣੀਆਂ। ਇਹ ਪਹਿਲਾ ਸੁਨੇਹਾ ਮਿਲਦਾ ਹੈ ਭਾਈ ਮਨੀ ਸਿੰਘ ਦੇ ਜੀਵਨ ਵਿੱਚੋਂ ਕਿ ਉਹਨਾਂ ਦੇ ਅੰਦਰ ਸਮਰਪਿਤ ਭਾਵਨਾ ਬਹੁਤ ਜ਼ਿਆਦਾ ਸੀ, ਜਿਹਨੂੰ ਡੈਡੀਕੇਟਡ ਆਪਾਂ ਕਹਿੰਦੇ ਆ, ਕਿ ਆਪਣੇ ਆਪ ਨੂੰ ਇੰਨਾ ਸਰੈਂਡਰ ਕੀਤਾ ਹੋਇਆ ਸੀ ਉਹਨਾਂ ਨੇ ਕਿ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮਿਟੇ ਦਾਤ। ਕਿ ਉਹਨਾਂ ਨੇ ਆਪਣਾ, ਜਿਵੇਂ ਆਪਾਂ ਬਾਣੀ 'ਚ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਇਹਨਾਂ ਬਚਨਾਂ ਤੇ ਪਹਿਰਾ ਦਿੱਤਾ ਉਹਨਾਂ ਦੇ ਜੀਵਨ ਨੇ। ਤੇ ਇੱਕ ਬਾਣੀ ਦੀ ਮੈਂ ਹੋਰ ਵਿਚਾਰ ਇੱਥੇ ਸਾਂਝੀ ਕਰ ਲਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੇ ਪਿਆਰੇ ਸ਼ਬਦ ਆਪਾਂ ਸਰਦਾਰ ਮਨਦੀਪ ਸਿੰਘ ਜੀ ਪੜ੍ਹਦੇ ਹਾਂ ਕਿ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਕਿ ਸਾਡੇ ਸਰੀਰ ਦੀ ਵੀ ਮਹਾਨਤਾ ਗੁਰੂ ਸਾਹਿਬ ਕਹਿੰਦੇ ਇਸੇ ਵਿੱਚ ਹੀ ਹੈ ਕਿ ਜੇ ਇਸ ਸਰੀਰ ਦੇ ਨਾਲ ਅਸੀਂ ਮਨੁੱਖਤਾ ਦੇ ਭਲੇ ਵਾਲੇ ਕੰਮ ਕਰਦੇ ਹਾਂ, ਜਾਂ
ਸਾਡਾ ਇਹ ਸਰੀਰ ਚੰਗੇ ਰਸਤੇ ਤੇ ਚੱਲਦਾ ਹੈ ਤਾਂ ਭਾਵ ਨਾਮ ਜਪਣ ਦੀ ਮਹਾਨਤਾ ਗੁਰੂ ਸਾਹਿਬ ਨੇ ਦੱਸੀ ਹੈ। ਤਾਂ ਭਾਈ ਮਨੀ ਸਿੰਘ ਦੇ ਜਦੋਂ ਬੰਦ ਕੱਟੇ ਜਾਂਦੇ ਨੇ ਤਾਂ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਇੱਕ ਵਿਲੱਖਣ ਮਿਸਾਲ ਭਾਈ ਸਾਹਿਬ ਦੇ ਜੀਵਨ ਨੇ ਪੇਸ਼ ਕੀਤੀ ਹੈ ਕਿ ਆਪ ਜਲਾਦ ਨੂੰ ਦੱਸ ਕੇ ਆਪਣੇ ਬੰਦ ਕਟਵਾਉਣੇ ਬੜੀ ਵੱਡੀ ਗੱਲ ਹੈ। ਜ਼ੁਬਾਨ ਛੋਟੀ ਹੈ, ਮੈਂ ਕਹਿ ਰਿਹਾ ਹਾਂ, ਆਪਾਂ ਸਾਰੇ ਸੁਣ ਰਹੇ ਹਾਂ, ਗੱਲਾਂ ਕਰ ਰਹੇ ਹਾਂ, ਪਰ ਉਹ ਕਾਜੀ ਜਿਹੜਾ ਉਸ ਵੇਲੇ ਸਜ਼ਾ ਸੁਣਾਉਂਦਾ ਹੈ ਤੇ ਜਿਹੜਾ ਜਲਾਦ ਹੈ, ਜਿਹੜੀ ਸਮੇਂ ਦੀ ਹਕੂਮਤ ਹੈ, ਮੁਸਲਮਾਨਾਂ ਦਾ ਰਾਜ ਹੈ, ਤਾਂ ਕਿੰਨੇ ਬੇਖੌਫ ਹੋ ਕੇ, ਨਿਰਭਉ ਹੋ ਕੇ, ਨਿਡਰ ਹੋ ਕੇ ਭਾਈ ਸਾਹਿਬ ਨੇ ਆਪਣੀ ਬਜ਼ੁਰਗੀ ਦੀ ਉਮਰ ਦੇ ਵਿੱਚ ਜਲਾਦ ਨੂੰ ਕਿਹਾ ਕਿ ਬੰਦ ਗੁੱਟ ਤੋਂ ਨਹੀਂ ਹੁੰਦਾ, ਬੰਦ ਉਂਗਲ ਦੇ ਪੋਟੇ ਤੋਂ ਸ਼ੁਰੂ ਹੁੰਦਾ ਹੈ। ਇਹ ਇੱਕ ਵੱਖਰੀ ਮਿਸਾਲ ਹੈ। ਦੁਨੀਆ ਦੇ ਵਿੱਚ ਇਦਾਂ ਦੀ ਕਿਤੇ ਗੱਲ ਨਹੀਂ ਆਪਾਂ ਨੂੰ ਪੜ੍ਹਨ ਸੁਣਨ ਵਾਸਤੇ ਮਿਲੇਗੀ। ਇਹ ਕੇਵਲ ਸਿੱਖ ਇਤਿਹਾਸ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਇਹਨਾਂ ਰੰਗ ਰਤੜੀਆਂ ਰੂਹਾਂ ਨੇ, ਇਹ ਮਹਾਨ ਇਹਨਾਂ ਬਜ਼ੁਰਗਾਂ ਨੇ ਸਾਨੂੰ ਇਤਿਹਾਸ ਦਿੱਤਾ ਹੈ। ਤੇ ਬਾਣੀ ਇਹ ਵੀ ਕਹਿੰਦੀ ਹੈ, ਰੇ ਸ੍ਰੀ ਗੋਬਿੰਦ ਜਵਾਨ ਸੋ ਕਹਿਣ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਦੇ ਬੜੇ ਬੋਲ ਨੇ, ਰੱਤੇ ਸੇਈ ਜੇ ਮੁਖਣਾ ਮੁੜਨ ਜਿੰਨੀ ਸਿਆਤਾਈ, ਕਿ ਜਿਹੜੇ ਰੱਬ ਦੇ ਪਿਆਰ ਵਿੱਚ ਰੰਗੇ ਹੁੰਦੇ ਨੇ, ਸਾਈਂ ਨਾਲ ਜਿਹੜੇ ਜੁੜੇ ਹੁੰਦੇ ਨੇ, ਉਹਨਾਂ ਦੇ ਜੀਵਨ ਦੀਆਂ ਗੱਲਾਂ ਹੀ ਵਿਲੱਖਣ ਹੁੰਦੀਆਂ ਨੇ, ਨਿਰਾਲੀਆਂ ਹੁੰਦੀਆਂ ਨੇ। ਸੋ ਭਾਈ ਸਾਹਿਬ ਦੇ ਜੀਵਨ ਦਾ ਇਹ ਪਹਿਲਾ ਸੁਨੇਹਾ ਮੈਂ ਤੁਹਾਡੇ ਨਾਲ ਦਰਸ਼ਕੋ ਇਹ ਸਾਂਝਾ ਕੀਤਾ ਹੈ ਕਿ ਉਹਨਾਂ ਦੀ ਸਮਰਪਿਤ ਭਾਵਨਾ ਦੇਖੋ ਕਿੰਨੀ ਵੱਡੀ ਹੈ ਕਿ 80-90 ਸਾਲ ਗੁਰੂ ਘਰ ਨਾਲ ਉਹਨਾਂ ਜੁੜੇ ਰਹਿਣਾ। ਲਗਭਗ ਮੈਨੂੰ ਬਹੁਤ ਸਾਰੇ ਆਪਾਂ ਸਾਰੇ ਜੁੜੇ ਹੋਏ ਆ, ਤੇ ਕਿਉਂਕਿ ਵੱਖ-ਵੱਖ ਸਾਡਾ ਇਤਿਹਾਸ ਬਹੁਤ ਤਰੀਕਿਆਂ ਨਾਲ ਬੋਲਦਾ ਹੈ। ਕਿਸੇ ਨੇ ਵੱਧ ਸਮਾਂ ਲਿਖਿਆ, ਕਿਸੇ ਨੇ ਘੱਟ ਲਿਖਿਆ ਹੈ, ਪਰ ਦੇਖੋ ਬਚਪਨ ਤੋਂ ਆ ਕੇ ਤੇ ਬਜ਼ੁਰਗੀ ਤੱਕ ਤੇ ਆਖਰੀ ਸਾਹ ਉਹਨਾਂ ਦਾ ਜਿਹੜਾ ਹੈ ਉਹ ਸ਼ਹਾਦਤ ਦੇ ਰੂਪ ਵਿੱਚ ਹੀ ਨਿਕਲਦਾ ਹੈ। ਇਹ ਇੰਨੀ ਵੱਡੀ ਜਿਹੜੀ ਸਾਨੂੰ ਗੁਰੂ ਸਾਹਿਬ ਦੇ ਘਰ ਵਿੱਚ ਰਹੇ ਕੁਰਬਾਨੀ ਕੀਤੀ ਹੈ ਤੇ ਸੁਨੇਹਾ ਦਿੱਤਾ ਹੈ, ਸ਼ਾਇਦ ਇਹਦੇ ਨਾਲ ਦੀ ਮਿਸਾਲ ਸਾਨੂੰ ਕਿਤੇ ਨਹੀਂ ਮਿਲੇਗੀ। ਤੇ ਲੋੜ ਹੈ ਅੱਜ ਸਾਨੂੰ ਆਪਣੇ ਬੱਚਿਆਂ ਪਰਿਵਾਰਾਂ ਦੇ ਵਿੱਚ, ਅਸੀਂ ਤਾਂ ਜਦੋਂ ਕੈਂਪਿੰਗ ਕਰਦੇ ਹਾਂ, ਸੈਮੀਨਾਰ ਕਰਦੇ ਹਾਂ, ਤੇ ਆ ਹੁਣ ਥੋੜਾ ਜਿਹਾ ਲਾਕਡਾਊਨ ਦਾ ਸਮਾਂ ਰਿਹਾ ਹੈ, ਪਿਛਲੇ 2 ਸਾਲ ਤੋਂ ਤਾਂ ਸਾਨੂੰ ਮੌਕਾ ਥੋੜਾ ਜਿਹਾ ਘੱਟ ਮਿਲਿਆ ਹੈ। ਨਹੀਂ ਤਾਂ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਰੋਲ ਮਾਡਲ ਨੇ, ਇਤਿਹਾਸ ਦੇ ਜਿਹੜੇ ਸਾਡੇ ਮਹਾਨ ਪਾਤਰ ਨੇ, ਇਹਨਾਂ ਦੀਆਂ ਗੱਲਾਂ ਵੱਧ ਤੋਂ ਵੱਧ ਸਾਡੇ ਯੂਥ ਨਾਲ, ਬੱਚਿਆਂ ਨਾਲ, ਪਰਿਵਾਰਾਂ ਨਾਲ ਸਾਂਝੀਆਂ ਕੀਤੀਆਂ ਜਾਣ, ਤਾਂ ਕਿ ਸਹੀ ਸੇਧ ਸਾਡੇ ਸਮਾਜ ਨੂੰ ਇਹਨਾਂ ਮਹਾਨ ਯੋਧਿਆਂ ਤੋਂ ਮਿਲ ਸਕੇ। ਥੈਂਕਸ ਭਾਈ ਦਿਲਬਾਗ ਸਿੰਘ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਕੇ ਸਾਡੇ ਨਾਲ ब्रजेश चौधरी जी जुड़े हैं। अपने बारे हमें इंट्रोड्यूस भी करें कि आप कहाँ से हो, और भाई मनी सिंह जी की शहादत के पर आज हम बात कर रहे हैं, जो एक बहुत विलक्षण शहादत हुई सिख कौम में मिडल ऑफ द 18th सेंचुरी 1744-45 के करीब, यदि मैं गलत नहीं हूं तो ये शहादत जो है वो उस समय होती है जब साहिब श्री गुरु गोबिंद सिंह महाराज ज्योति ज्योत समाज शरीर के रूप में नहीं रहते। उसके बाद में ये शहादतों का एक दौर जब शुरू होता है तो बाबा बंदा सिंह जी बहादुर के बाद में जो सबसे बड़ी शहादत है वो शहीद भाई मनी सिंह की उस समय होती है। और इस पर अपने विचार, क्योंकि ये बहुत विलक्षण है, ऐसा इतिहास जो भारत के और लोगों को मालूम ही नहीं है कि इतना बड़ा इतिहास जो है वो जो है गुजरा है कौम पर। और क्योंकि वॉइस ऑफ मानवता का हम एक मतलब समझते हैं कि इसके थ्रू हम अपने जो अमीर थे इतिहास को लोगों तक पहुंचा सके, ऐसा मेरा मानना है। ब्रजेश चौधरी जी पहले अपने बारे में बताए और इस शहादत पर जो है वो अपनी बात रखें। जी सर, जय भीम, नमो बुद्धाय, सत श्री अकाल आप सभी को। मैं MP मंडला मध्य प्रदेश से। ठीक है। वॉइस ऑफ मानवता न्यूज चैनल में जोड़ने के लिए धन्यवाद। एक शहादत की बात कर रहे हैं, वॉइस ऑफ मानवता पर हम हमेशा सच्चे लोग और जिन्होंने देश के लिए कुर्बानियां की हैं, देश के लिए, कौम के लिए कुर्बानियां की है, उस पर हम हमेशा बात करते रहते हैं। अपना इतिहास भी बताते हैं कि सिखों का इतिहास कैसा इतिहास रहा है। और आज के दिन एक शहादत हुई है हमारे में, और उसकी हम आज का दिन जो मना रहे हैं उसके बारे में अपने विचार के शहीद भाई मनी सिंह जो
सिख कौम में एक अद्वितीय शख्सियत थे। उनकी आज शहादत हुई है। आप इनके बारे में अपने श्रद्धा सुमन जो है वो अर्पित करें। भाई शहीद भाई मनी सिंह। आप म्यूट हो गए, आप म्यूट हो गए ब्रजेश जी। उनके श्री चरणों में सादर नमन करते हैं जी, ठीक है। और सरदार राजिंदर सिंह जी, तुसी अपना माइक खोलो जी। हाँ जी, भाई मनी सिंह जी क्योंकि जीवन ਦਾ ਇੱਕ ਪੱਖ ਇਹ ਵੀ ਰਿਹਾ ਕਿ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੂਸਰਾ ਐਡੀਸ਼ਨ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਭਾਈ ਮਨੀ ਸਿੰਘ ਜੀ ਨੇ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੇ ਨਾਲ ਮਿਲ ਕੇ ਲਿਖਾਰੀ ਦੇ ਤੌਰ ਤੇ ਵੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਵਿੱਚ ਕੌਮ ਦੀ ਅਗਵਾਈ ਹੁੰਦੀ ਹੈਗੀ ਹੈ। ਤੁਸੀਂ ਇਹਦੇ ਬਾਰੇ ਆਪਣੇ ਵਿਚਾਰ, ਕਿਉਂਕਿ ਜ਼ਿਆਦਾ ਇਮਰਜੇਸ਼ਨ ਉਦੋਂ ਹੁੰਦੀ ਹੈਗੀ ਆ ਭਾਈ ਮਨੀ ਸਿੰਘ ਦੇ ਜੀਵਨ ਦਾ ਉਦੋਂ ਪਤਾ ਲੱਗਦਾ ਜਦੋਂ ਦਮਦਮਾ ਸਾਹਿਬ ਦੇ ਵਿੱਚ ਲਿਖਾਰੀ ਦੇ ਤੌਰ ਤੇ ਜਿਹੜੀ ਹੈਗੀ ਆ ਗੱਲ ਕਰਦੇ। ਤੇ ਉਸ ਤੋਂ ਬਾਅਦ ਵਿੱਚ ਇੱਕ ਵਿਦਿਆ ਕੇਂਦਰ ਵੀ ਜਿਹੜਾ ਹੈਗਾ ਆ ਭਾਈ ਮਨੀ ਸਿੰਘ ਜੀ ਦੇ ਵੱਲੋਂ ਖੋਲਿਆ ਜਾਂਦਾ, ਜਿਹੜੀ ਭਾਈ ਮਨੀ ਸਿੰਘ ਜੀ ਦੀ ਟਕਸਾਲ ਦੇ ਤੌਰ ਤੇ ਮਸ਼ਹੂਰ ਹੁੰਦਾ। ਤੇ ਉਹਦੇ ਬਾਰੇ ਤੁਸੀਂ ਵਿਚਾਰ ਤੇ ਉਸ ਤੋਂ ਬਾਅਦ ਵਿੱਚ ਕਿਸ ਤਰ੍ਹਾਂ ਅਕਾਲ ਤਖਤ ਦੀ ਜ਼ਿੰਮੇਵਾਰੀ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਵੀ ਕਿਸ ਤਰ੍ਹਾਂ ਗਵਰਨਮੈਂਟ ਜਿਹੜੀ ਹੈਗੀ ਆ ਇਹਨਾਂ ਨੂੰ ਸ਼ਹੀਦੀ ਕਰਨ ਦੇ ਸਫ਼ਰ ਤੱਕ ਅਸੀਂ ਜਿਹੜਾ ਪਹੁੰਚੀਏ, ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਦੋਗੇ? ਬਿਲਕੁਲ ਜੀ, ਮੈਂ ਗੱਲ ਕਰਨਾ ਚਾਹੁੰਦਾ। ਮੈਂ ਗੱਲ ਕਰਦਾ ਕਿ ਜਦੋਂ ਗੁਰੂ ਸਾਹਿਬ ਤੋਂ ਬਾਅਦ ਪੀਰੀਅਡ ਆਉਂਦਾ ਹੈ ਜਦੋਂ ਉਹ ਬੜਾ ਹੀ ਇੱਕ ਸੰਘਰਸ਼ ਵਾਲਾ ਪੀਰੀਅਡ ਸੀ, ਕਿਉਂਕਿ ਜਿਹੜੇ ਮੁਗਲ ਹਾਕਮ ਸੀ, ਮੁਗਲ ਹਾਕਮਾਂ ਨੇ ਬਹਾਦਰ ਸ਼ਾਹ ਕਮਜ਼ੋਰ ਹੋ ਚੁੱਕਾ ਸੀ, ਵਜ਼ੀਰ ਖਾਂ ਮਜ਼ਬੂਤ ਹੋ ਰਿਹਾ ਸੀ, ਬਹਾਦਰ ਸ਼ਾਹ ਕਮਜ਼ੋਰ ਸੀ। ਇਸ ਲਈ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਔਰ ਅਗਰ ਭਾਈ ਮਨੀ ਸਿੰਘ ਦੇਖੋ, ਗੁਰੂ ਘਰ ਦੇ ਨਾਲ ਗੁਰੂ ਘਰੋਂ ਜਿਹੜਾ ਪੈਗਾਮ ਆਉਂਦਾ ਸੀ ਉਹ ਭਾਈ ਮਨੀ ਸਿੰਘ ਦੇ ਰਾਹੀਂ ਆਉਂਦਾ ਸੀ। ਮਾਤਾ ਜੀ ਵੱਲੋਂ ਵੀ ਜਿਹੜਾ ਪੈਗਾਮ ਆਉਂਦਾ ਸੀ, ਇਹ ਜਿਹੜਾ ਕੁੱਚੀ ਪਰਿਵਾਰਾਂ ਚ ਆਉਂਦਾ ਸੀ, ਉਹ ਜਿਹੜੇ ਸਭ ਤੋਂ ਪਹਿਲੇ ਪੈਗਾਮ ਮਾਤਾ ਜੀ ਵੱਲੋਂ ਆਉਂਦੇ ਸੀ ਭਾਈ ਮਨੀ ਸਿੰਘ ਗੁਰੂ ਘਰ ਨੂੰ ਇੱਕ ਕਿਸਮ ਦਾ ਰਿਪਰੈਜ਼ੈਂਟ ਕਰ ਰਹੇ ਸੀ ਉਸ ਸਮੇਂ। ਇਹ ਬੜੀ ਵੱਡੀ ਗੱਲ ਹੈਗੀ ਸੀ ਕਿ ਗੁਰੂ ਭਾਈ ਮਨੀ ਸਿੰਘ ਜੀ ਗੁਰੂ ਘਰ ਨੂੰ ਰਿਪਰੈਜ਼ੈਂਟ ਕਰਦੇ ਸੀ। ਜੋ ਮਾਤਾ ਜੀ ਵੱਲੋਂ ਆਦੇਸ਼ ਆਉਂਦੇ ਸੀ, ਜੋ ਸਟ੍ਰੈਟਜੀ ਚੱਲਦੀ ਸੀ, ਜੋ ਪਾਲਿਸੀ ਚੱਲਦੀ ਸੀ, ਉਹ ਪਾਲਿਸੀਆਂ ਕਿਤੇ ਨਾ ਕਿਤੇ ਇੰਪਲੀਮੈਂਟ ਹੁੰਦੀਆਂ ਸੀ। ਉਹ ਭਾਈ ਮਨੀ ਸਿੰਘ ਨੂੰ ਉਹ ਸਿਹਰਾ ਮੰਨਿਆ ਜਾਂਦਾ। ਅਗਰ ਇਤਿਹਾਸ ਨੂੰ ਵਾਚ ਕੇ ਦੇਖੀਏ ਤੇ ਭਾਈ ਮਨੀ ਸਿੰਘ ਜੀ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ। ਬਿਲਕੁਲ ਨਿਭਾਈ ਸੀ ਉਹ ਉਹਨਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਉਹਨਾਂ ਦੇ ਪਈ ਵੀ ਤੇ ਉਹਨਾਂ ਨੇ ਨਿਭਾਈ ਵੀ। ਉਹ ਜਿੱਦਾਂ ਭਾਈ ਸਾਹਿਬ ਨੇ ਪਹਿਲੇ ਗੱਲ ਕੀਤੀ ਕਿ ਉਹਨਾਂ ਨੇ ਜਿਹੜਾ ਹੈ ਪੰਥ ਨੂੰ ਸੇਧ ਦੇਣੀ ਔਰ ਇਹਨਾਂ 80 ਦਹਾਕਿਆਂ ਤੱਕ ਪੰਥ ਦੇ ਨਾਲ ਜੁੜ ਕੇ ਕੰਮ ਕਰਨਾ, ਇਹ ਬਹੁਤ ਵੱਡਾ ਮੁਸ਼ਕਿਲ ਕੰਮ ਹੁੰਦਾ ਹੈ। ਉਹ ਵਾਕਈ ਬੜੇ ਮੁਸ਼ਕਿਲ ਕੰਮ ਹੁੰਦੇ, ਕਿਉਂਕਿ ਅਸੀਂ ਗੁਰੂ ਸਾਹਿਬ ਦਾ ਪੀਰੀਅਡ ਦੇਖੀਏ, ਗੁਰੂ ਸਾਹਿਬ ਦੇ ਪੀਰੀਅਡ ਦੇ ਵਿੱਚ ਅਗਰ ਜੇ ਪੀਰੀਅਡ ਦੇਖਦੇ ਇੰਨਾ ਲੰਬਾ ਸਮੇਂ ਬਹੁਤ ਘੱਟ ਸਿੱਖ, ਜਿੱਦਾਂ ਬਾਬਾ ਬੁੱਢਾ ਜੀ ਰਹੇ ਨੇ, ਉਹ ਬੜਾ ਲੰਬਾ ਸਿਰ ਗੁਰੂ ਘਰ ਦੇ ਨਾਲ ਜੁੜੇ ਰਹੇ। ਏਦਾਂ ਭਾਈ ਮਨੀ ਸਿੰਘ ਵੀ ਗੁਰੂ ਘਰ ਦੇ ਨਾਲ, ਪੰਥ ਦੇ ਨਾਲ ਜੁੜੇ ਰਹੇ ਤੇ ਪੰਥਕ ਭਾਵਨਾ ਨੂੰ ਤੇ ਗੁਰੂ ਘਰ ਦੀ ਭਾਵਨਾ ਨੂੰ ਉਹ ਸਾਂਝ ਜਿਹੜੀ ਹੈ ਉਹ ਮਤਲਬ ਜਿਹੜਾ ਆਦੇਸ਼ ਹੈ ਉਹ ਇੰਪਲੀਮੈਂਟ ਕਰਦੇ ਰਹੇ। ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਲਈਏ ਤੇ ਬਾਬਾ ਬੰਦਾ ਸਿੰਘ ਦੇ ਬਹਾਦਰ ਤੋਂ ਬਾਅਦ ਉਹਨਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਤਰ੍ਹਾਂ ਦਾ ਜਿਹਦਾ ਪੰਥ 'ਚ ਬਿਖਰਾਵ ਜਿਹਾ ਆ ਗਿਆ ਸੀ। ਉਸ ਬਿਖਰਾਵ ਨੂੰ ਕਿਤੇ ਨਾ ਕਿਤੇ ਅਗਰ ਦੁਬਾਰਾ ਕੰਪਾਈਲਡ ਕਰਕੇ ਜਿੰਦਾ ਕਰਕੇ ਰੱਖਿਆ ਤੇ ਉਹਦੇ ਵਿੱਚ ਭਾਈ ਮਨੀ ਸਿੰਘ ਦਾ ਯੋਗਦਾਨ ਕਦੀ ਵੀ ਪੰਥ ਨਹੀਂ ਭੁੱਲ ਸਕਦਾ। ਬਿਲਕੁਲ ਬਿਲਕੁਲ, ਕਿਉਂਕਿ ਗੱਲ ਇਸ ਤਰ੍ਹਾਂ ਜੀ ਵੀ ਹੁਣ ਜਦੋਂ ਅਸੀਂ ਗੱਲ ਕਰਦੇ ਨੇ, ਗੱਲ ਕਰਦੇ ਕਰਦੇ ਸਾਨੂੰ ਇਤਿਹਾਸ ਯਾਦ ਆਉਂਦਾ ਵੀ ਜਦੋਂ ਗੁਰੂ ਮਹਾਰਾਜ ਦਾ ਪਰਿਵਾਰ ਵਿਛੋੜਾ ਪੈਂਦਾ ਹੈਗਾ ਤੇ ਜਦੋਂ 3 ਹਿੱਸਿਆਂ 'ਚ ਪਰਿਵਾਰ ਬਣਨੇ ਜਾਂਦਾ ਤੇ ਸ਼ਹੀਦ ਭਾਈ ਮਨੀ ਸਿੰਘ ਜੀ ਸੀ ਜੋ ਗੁਰੂ ਮਹਾਰਾਜ ਦੇ ਮਹਿਲਾਂ ਨੂੰ 2 ਮਹਿਲਾਂ ਨੂੰ ਨਾਲ ਲੈ ਕੇ ਦਿੱਲੀ ਵਰਤੇ। ਕਿਉਂਕਿ ਹੁਣ ਹੌਲੀ ਹੌਲੀ ਜਿਹੜਾ ਹੈਗਾ ਸਾਰਾ ਦਾ ਸਾਰਾ ਹੁਣ ਯਾਦ ਆਉਣਾ ਸ਼ੁਰੂ ਹੋ ਗਿਆ ਵੀ ਕਿੰਨੀ ਵੱਡੀ ਕੁਰਬਾਨੀ ਹੈ। ਤੇ ਭਾਈ ਲਖਨ ਸ਼ਾਹ ਬਣਜਾਰਾ ਦੇ ਨਾਲ ਇਹਨਾਂ ਦੀ ਕੁਰਮਾਚਾਰੀ ਹੁੰਦੀ ਹੈ, ਫਿਰ ਉੱਥੇ ਪਰਿਵਾਰ ਨੂੰ ਰੱਖਦੇ, ਉੱਥੋਂ ਫਿਰ ਸਾਰਾ ਦਾ ਕੰਮ ਹੁੰਦਾ। ਹੁਣ ਹੌਲੀ ਹੌਲੀ ਜਿਹੜਾ ਸਾਰਾ ਦਾ ਸਾਰਾ ਦਿਮਾਗ ਦੇ ਵਿੱਚ ਆ ਰਿਹਾ। ਉਹ ਤੋਂ ਬਾਅਦ ਵਿੱਚ ਲਿਖਣ ਦੀ ਘਟਨਾ ਹੋ ਗਈ। ਉਹ ਤੋਂ ਬਾਅਦ ਜਿਹੜਾ ਕੌਮ ਦੇ ਵਿੱਚ ਇੱਕ ਮਸਲਾ ਬਣਿਆ ਸੀ ਤੱਤ ਖਾਲਸਾ ਤੇ ਬੰਦਈ ਖਾਲਸਾ ਦਾ, ਹਾਂਜੀ, ਤੇ ਉਹ ਮਸਲਾ ਜਿਹੜਾ ਹੱਲ ਕਰਾਇਆ। ਉਹ ਤੋਂ ਬਾਅਦ ਸਿੱਖ ਜਿਹੜੇ ਹੈਗੇ ਆ, ਕਿਉਂਕਿ ਆਪਾਂ ਜਾਣਦੇ ਹਾਂ ਵੀ 2 ਤਿਉਹਾਰ ਜਿਹੜੇ ਹੈਗੇ ਆ ਉਹ ਵੱਡੇ ਜਿਹੜੇ ਸਿੱਖ ਕੌਮ ਦੇ ਵਿੱਚ ਵਿਸਾਖੀ ਤੇ ਦੀਵਾਲੀ ਤੇ ਜੋੜਦੇ ਸੀ। ਤੇ ਉਸ ਤੋਂ ਬਾਅਦ ਵਿੱਚ ਜਿਹੜੀ ਘਟਨਾ ਵਾਪਰਦੀ, ਭਾਈ ਦਿਲਬਾਗ ਸਿੰਘ ਜੀ ਤੁਸੀਂ ਇਹਦੇ ਬਾਰੇ ਹੁਣ ਚਾਨਣਾ ਪਾਓ। ਜੋ ਅਸਲ ਸ਼ਹੀਦੀ ਦਾ ਜੋ ਕਾਰਨ ਬਣਦਾ ਆ ਵੀ ਜਦੋਂ ਗੌਰਮੈਂਟ ਜਿਹੜੀ ਹੈਗੀ ਆ ਪਹਿਲਾਂ ਇਹਨਾਂ ਨੂੰ ਇਜਾਜ਼ਤ ਦਿੰਦੀ ਤੇ ਫਿਰ ਉਸ ਤੋਂ ਬਾਅਦ ਹੁਕਮਨਾਮੇ ਵਾਪਸ ਲੈ ਕੇ ਤੇ ਫਿਰ ਇਹ ਕਾਰਨ ਜਿਹੜਾ ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹੀਦੀ
ਦਾ ਮਨਾਇਆ ਜਾਂਦਾ, ਉਹਦੇ ਬਾਰੇ ਥੋੜਾ ਚਾਨਣਾ ਪਾਓ ਸਾਡੇ ਸਰੋਤਿਆਂ ਨੂੰ। ਹਾਂਜੀ, ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਇਹ ਦੋ ਮਹਾਨ ਸ਼ਖਸੀਅਤਾਂ ਸਾਡੇ ਪੰਥ ਵਿੱਚ ਹੋਈਆਂ ਨੇ ਗੁਰੂ ਸਾਹਿਬ ਦੇ ਸਮੇਂ ਤੇ ਬਾਅਦ ਵਿੱਚ ਵੀ। ਪਹਿਲੇ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਲੰਮਾ ਸਮਾਂ ਸਾਡੇ ਗੁਰੂ ਸਾਹਿਬਾਨ ਦੇ ਨਾਲ ਸਰੀਰਕ ਰੂਪ ਵਿੱਚ, ਜਦੋਂ ਗੁਰੂ ਸਾਹਿਬ ਸਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਬਾਬਾ ਬੁੱਢਾ ਸਾਹਿਬ ਰਹੇ 125 ਸਾਲ ਦੀ ਉਮਰ ਤੱਕ। ਤੇ ਇਹ ਦੂਸਰੇ ਗੁਰਸਿੱਖ ਹੋਏ ਨੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ, ਜਿਨ੍ਹਾਂ ਨੇ 7ਵੇਂ ਗੁਰੂ ਤੋਂ 6ਵੇਂ ਗੁਰੂ ਤੋਂ ਆਰੰਭ ਹੋ ਕੇ ਤੇ 10ਵੇਂ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਪੰਥ ਦੇ ਵਿੱਚ ਬੜੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਨੇ। ਇੱਕ ਪੱਖ ਇਹ ਵੀ ਹੈ ਕਿ ਜਦੋਂ ਮਾਤਾ ਸੁੰਦਰ ਕੌਰ ਜੀ ਨੇ ਦਿੱਲੀ ਦੀ ਧਰਤੀ ਤੋਂ ਭਾਈ ਮਣੀ ਸਿੰਘ ਨੂੰ, ਪੰਥ ਦੇ ਹਾਲਾਤ ਜਿਹੜੇ ਸੀ ਉਹ ਬੜੇ ਪਤਲੇ ਹੋ ਗਏ ਸਨ, ਕਿਉਂਕਿ ਜਦੋਂ ਦਸ਼ਮੇਸ਼ ਪਿਤਾ ਜੀ ਜੋਤੀ ਜੋਤ ਸਮਾ ਜਾਂਦੇ ਨੇ ਨੰਦੇੜ ਹਜੂਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਤੇ ਮਹਾਰਾਜ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਜਿਵੇਂ ਸਰਦਾਰ ਰਜਿੰਦਰ ਸਿੰਘ ਕਰ ਰਹੇ ਸਨ, ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ ਜੂਨ 1716 ਈਸਵੀ ਦੇ ਵਿੱਚ। ਤੇ ਪੰਥ ਦੇ ਵਿੱਚ ਇੱਕ ਐਸਾ ਲੀਡਰ ਨਹੀਂ ਸੀ ਕੋਈ ਵੀ ਹੈਗਾ ਜਿਹੜਾ ਕੌਮ ਨੂੰ, ਪੰਥ ਨੂੰ ਅਗਵਾਈ ਦੇ ਸਕਦਾ ਹੋਵੇ। ਤਾਂ ਇਹ ਇੱਕ ਦੂਰ ਅੰਦੇਸ਼ੀ ਸੀ ਮਾਤਾ ਸੁੰਦਰ ਕੌਰ ਜੀ ਦੀ, ਜਿਨ੍ਹਾਂ ਨੇ ਦਿੱਲੀ ਤੋਂ ਭਾਈ ਸਾਹਿਬ ਭਾਈ ਮਣੀ ਸਿੰਘ ਨੂੰ ਭੇਜਿਆ, ਅੰਮ੍ਰਿਤਸਰ ਦਾ ਪ੍ਰਬੰਧਕ ਸਥਾਪਿਤ ਕੀਤਾ ਉਹਨਾਂ ਨੂੰ, ਵੀ ਦਰਬਾਰ ਸਾਹਿਬ ਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੋਨਾਂ ਇਹਨਾਂ ਮਹਾਨ ਸਾਡਿਆਂ ਸਥਾਨਾਂ ਦੇ ਜਿਹੜੀ ਮੁੱਖ ਜ਼ਿੰਮੇਵਾਰੀ ਸੀ, ਸੇਵਾ ਸੰਭਾਲ ਸੀ, ਉਹ ਸਾਰੀ ਭਾਈ ਮਣੀ ਸਿੰਘ ਨੂੰ ਦਿੱਤੀ ਗਈ। ਤੇ ਇਹ ਗੁਰੂ ਕਿਆਂ ਵੱਲੋਂ ਦਿੱਤੀ ਗਈ, ਮਾਤਾ ਸੁੰਦਰ ਕੌਰ ਜੀ ਵੱਲੋਂ ਦਿੱਤੀ ਗਈ। ਕੋਈ ਇਹ ਵੀ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਾਬੋ ਕੀ ਤਲਵੰਡੀ ਤੋਂ ਭਾਈ ਮਣੀ ਸਿੰਘ ਤੋਂ ਦਮਦਮੀ ਬੀੜ ਲਿਖਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਸਰੀ ਵਾਰ ਜਦੋਂ ਬੀੜ ਲਿਖਵਾਈ ਹੈ, ਉਸ ਤੋਂ ਬਾਅਦ ਹੀ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਭੇਜ ਦਿੰਦੇ ਸਨ। ਚਲੋ ਜਿਸ ਤਰ੍ਹਾਂ ਵੀ ਹੋਵੇ ਗੱਲ, ਜਦੋਂ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਰਾ ਹੀ ਪ੍ਰਬੰਧ, ਦੇਖ ਰੇਖ, ਜ਼ਿੰਮੇਵਾਰੀ ਭਾਈ ਮਣੀ ਸਿੰਘ ਜੀ ਦੇ ਕੋਲ ਆ ਜਾਂਦੀ ਹੈ, ਤਾਂ ਇੱਕ ਸੱਚੇ ਗੁਰਸਿੱਖ ਦੀ ਇਹੀ ਰੀਝ ਹੁੰਦੀ ਹੈ, ਇਹੀ ਉਹਦੀ ਇੱਛਾ ਹੁੰਦੀ ਹੈ ਕਿ ਖਾਲਸਾ ਜੀ ਕੇ ਬੋਲ ਬਾਲੇ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗਾ ਟੱਲ ਕੇ ਸਿੱਖੀ ਦਾ ਵਾਧਾ ਹੋਵੇ, ਇਨਸਾਨੀਅਤ ਦਾ ਵਾਧਾ ਹੋਵੇ ਤੇ ਧਰਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਉਹਦਾ ਵਾਧਾ ਹੋਣਾ ਚਾਹੀਦਾ ਹੈ। ਤੇ ਭਾਈ ਮਣੀ ਸਿੰਘ ਦੇ ਅੰਦਰ ਵੀ ਇਹ ਚਾਰ ਹੀ ਸੀ ਕਿ ਕੌਮ ਦੀ ਜਿਹੜੀ ਤਰੱਕੀ ਹੋਣੀ ਚਾਹੀਦੀ ਹੈ, ਖੁਸ਼ਹਾਲੀ ਹੋਣੀ ਚਾਹੀਦੀ ਹੈ, ਅੱਗੇ ਵਿਕਾਸ ਹੋਣਾ ਚਾਹੀਦਾ ਹੈ, ਕੌਮ ਦੀ ਡਿਵੈਲਪਮੈਂਟ ਹੋਣਾ ਚਾਹੀਦੀ ਹੈ। ਤਾਂ ਭਾਈ ਮਣੀ ਸਿੰਘ ਨੇ ਕੀ ਕੀਤਾ ਕਿ ਕੁਝ ਗੁਰਸਿੱਖਾਂ ਦੀ ਸਲਾਹ ਦੇ ਨਾਲ, ਕੁਝ ਚੰਗੇ ਲੋਕਾਂ ਦੀ ਸਲਾਹ ਦੇ ਨਾਲ ਉਹਨਾਂ ਨੇ ਸੋਚਿਆ ਕਿ ਚਲੋ ਆਪਾਂ ਵੀ ਜਿਹੜੇ ਸਿੱਖਾਂ ਦੇ ਦੂਰ ਦਰਾਡੇ ਘਰਾਂ ਤੋਂ ਬਾਹਰ ਨੇ, ਵਿਛੜੇ ਨੇ ਪਰਿਵਾਰਾਂ ਤੋਂ, ਜੰਗਲਾਂ 'ਚ ਪਹਾੜਾਂ 'ਚ ਰਹਿੰਦੇ ਨੇ, ਵਸਣ ਨਹੀਂ ਕਿਸੇ ਨੂੰ ਦਿੱਤਾ ਜਾਂਦਾ, ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਤੇ ਉਹਨਾਂ ਨੇ ਸੋਚਿਆ ਵੀ ਚਲੋ ਸਿੱਖਾਂ ਨੂੰ ਇਕੱਠੇ ਕਰਨਾ ਚਾਹੀਦਾ ਹੈ ਕਿ 6 ਮਹੀਨਿਆਂ ਬਾਅਦ, ਸਾਲ ਬਾਅਦ ਇੱਕ ਵਾਰ ਤਾਂ ਸਿੱਖ ਇਕੱਠੇ ਹੋਣ ਨਾ ਆਪਣੇ ਕੇਂਦਰੀ ਸਥਾਨ ਅੰਮ੍ਰਿਤਸਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਠ ਜੁੜੇ ਤੇ ਚੰਗੇ ਫੈਸਲੇ ਹੋਣ। ਫਿਰ ਇਹਦੇ ਵਿੱਚ ਮਨੁੱਖਤਾ ਦਾ ਵੀ ਭਲਾ ਹੋਵੇਗਾ ਤੇ ਸਿੱਖਾਂ ਦੀ ਵੀ ਤਰੱਕੀ ਹੋਵੇਗੀ। ਤਾਂ ਭਾਈ ਮਣੀ ਸਿੰਘ ਨੇ ਦੀਵਾਲੀ ਦਾ ਦਿਨ ਚੁਣਿਆ ਵੀ ਜਦੋਂ ਦੀਵਾਲੀ ਆਉਂਦੀ ਹੈ, ਚਲੋ ਇਹ ਸਾਡੇ ਹਿੰਦੂ ਲੋਕਾਂ ਦਾ ਤਿਉਹਾਰ ਹੈ ਦੀਵਾਲੀ, ਪਰ ਸਿੱਖਾਂ ਦੇ ਵਿੱਚ ਇਹਦੀ ਮਹਾਨਤਾ ਸਾਡੇ ਗੁਰੂ ਸਾਹਿਬਾਂ ਦੇ ਸਮੇਂ ਤੋਂ ਥੋੜਾ ਜਿਹਾ ਇਕੱਠ ਜਿਹੜੇ ਸੀ ਉਹ ਸਿੱਖਾਂ ਦੇ ਜੁੜਦੇ ਸੀ ਪਹਿਲਾਂ ਵੀ। ਤੇ ਭਾਈ ਮਣੀ ਸਿੰਘ ਨੇ ਉਸੇ ਗੱਲ ਨੂੰ ਅੱਗੇ ਰੱਖ ਲਿਆ ਕਿ ਚਲੋ ਦੀਵਾਲੀ ਦਾ ਸਮਾਂ ਹੈ, ਜਿਵੇਂ ਬਾਕੀ ਕੌਮਾਂ ਜੁੜਦੀਆਂ ਨੇ, ਉਦੋਂ ਤਾਂ ਚਲੋ ਮੁਗਲਾਂ ਦਾ ਰਾਜ ਸੀ, ਮੁਸਲਮਾਨੀ ਰਾਜ ਸੀ ਜ਼ਿਆਦਾ, ਤਾਂ ਭਾਈ ਸਾਹਿਬ ਨੇ ਇਹ ਸੋਚਿਆ ਕਿ ਦੀਵਾਲੀ ਦਾ ਇਕੱਠ ਸਿੱਖਾਂ ਦਾ ਕਰਨਾ ਚਾਹੀਦਾ ਹੈ। ਤਾਂ ਉਹਨਾਂ ਨੇ ਲਾਹੌਰ ਦਾ ਜਿਹੜਾ ਸੂਬੇਦਾਰ ਸੀ ਉਸ ਵੇਲੇ, ਜਿਹੜਾ ਆਪਣਾ ਹੈਗਾ ਸੀ ਸਟੇਟ ਸੀ, ਉਹ ਲਾਹੌਰ ਪੈਂਦੀ ਸੀ, ਜਿਵੇਂ ਅੱਜ ਪੰਜਾਬ ਦੀ ਚੰਡੀਗੜ੍ਹ ਪੈਂਦੀ ਹੈ। ਤਾਂ ਉਹਨਾਂ ਨੇ ਲਾਹੌਰ ਦਾ ਜਿਹੜਾ ਉਸ ਵੇਲੇ CM ਸੀ, ਚੀਫ ਮਿਨਿਸਟਰ ਸੀ, ਸੂਬੇਦਾਰ ਸੀ, ਉਹਦਾ ਨਾਂ ਸੀ ਜ਼ਕਰੀਆ ਖਾਂ, ਉਹਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ, ਵਿੱਚ ਬੰਦੇ ਪਏ, ਉਹਨਾਂ ਨੇ ਇਹ ਗੱਲ ਉੱਥੋਂ ਤੱਕ ਤੈਅ ਹੋ ਗਈ ਸਾਰੀ ਕਿ 5000 ਰੁਪਇਆ ਦਿੱਤਾ ਜਾਏਗਾ ਸਰਕਾਰ ਨੂੰ ਟੈਕਸ ਵਜੋਂ, ਤੇ ਜੇ ਸਾਨੂੰ ਇਹ ਇਕੱਠ ਕਰ ਲੈਣ ਦਵੇ ਸਰਕਾਰ ਤਾਂ ਸਰਕਾਰ ਨੇ ਇੱਕ ਵਾਰ ਇਜਾਜ਼ਤ ਦੇ ਦਿੱਤੀ ਕਿ ਸਾਨੂੰ ਤਾਂ ਪੈਸੇ ਚਾਹੀਦੇ ਨੇ, 5000 ਰੁਪਇਆ ਜੇ ਤੁਸੀਂ ਦੇ ਦਿਓ ਤਾਂ ਇਹ ਇਕੱਠ ਤੁਸੀਂ ਕਰ ਸਕਦੇ ਹੋ। ਪਰ ਇੱਕ ਬੰਨੇ ਇਹਦੀ ਪਰਮਿਸ਼ਨ ਵੀ ਦੇ ਦਿੱਤੀ, ਇਹਦੀ ਇਜਾਜ਼ਤ ਵੀ ਦੇ ਦਿੱਤੀ, ਦੂਸਰੇ ਪਾਸੇ ਸਰਕਾਰ ਦੀ ਜਿਹੜੀਆਂ ਪੁੱਠੀਆਂ ਪੱਟੀਆਂ ਪੜਾਉਣ ਵਾਲੇ ਹੁੰਦੇ ਨੇ ਨਾ, ਸਰਦਾਰ ਮਨਦੀਪ ਸਿੰਘ ਜੀ, ਜਿਹੜੇ ਮੌਲਵੀ ਲੋਕ ਤੇ ਭੜਕਾਊ ਲੋਕ, ਜਿਵੇਂ ਇੱਧਰ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੈਗਾ, ਇੰਡੀਆ ਦੇ ਵਿੱਚ ਵੀ, ਹੋਰਨਾਂ ਕੰਟਰੀਜ਼ ਦੇ ਵਿੱਚ ਵੀ ਹੈਗਾ ਹੈ,
ਤੇ ਉਹ ਮੌਲਵੀ ਲੋਕ ਜਿਹੜੇ ਸੀ ਉਹ ਰਾਜਿਆਂ ਨੂੰ ਭੜਕਾਉਂਦੇ ਸਨ ਉਸ ਵੇਲੇ ਦੇ ਹਾਕਮਾਂ ਨੂੰ। ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਕਾਫਰ ਨੇ ਇਹਨਾਂ ਦਾ ਇਕੱਠ ਹੋਏਗਾ। ਤੇ ਜ਼ਕਰੀਆ ਖਾਨ ਨੂੰ ਚੁੱਕਿਆ ਗਿਆ, ਉਹ ਤਾਂ ਪਹਿਲਾਂ ਹੀ ਸਿੱਖਾਂ ਦਾ ਖੂਨ ਦਾ ਪਿਆਸਾ ਤੇ ਵੈਰੀ ਬਣਿਆ ਰਹਿੰਦਾ ਸੀ। ਤੇ ਜਦੋਂ ਉਹਨੂੰ ਇਹ ਦੱਸਿਆ ਗਿਆ ਕਿ ਜਦੋਂ ਆਪਾਂ ਕੱਲੇ ਦੇ ਸਿਰ ਦਾ ਮੁੱਲ ਰੱਖਿਆ, ਇਹਨਾਂ ਨੂੰ ਜੰਗਲਾਂ 'ਚ ਪਹਾੜਾਂ 'ਚ ਲੱਭਦੇ ਫਿਰਦੇ ਆ ਸਿੱਖਾਂ ਨੂੰ, ਤਾਂ ਇਹ ਤਾਂ ਇੱਕੇ ਥਾਂ ਤੇ ਇਕੱਠੇ ਹੋਏ ਸਾਨੂੰ ਮਿਲ ਜਾਣਗੇ ਤਾਂ ਕਿੰਨਾ ਚੰਗਾ ਹੋਵੇ। ਇਹਨਾਂ ਦਾ ਕਤਲੇਆਮ ਕਰ ਦਈਏ, ਇਹਨਾਂ ਨੂੰ ਇਹਨਾਂ ਦੀ ਨਸਲਕੁਸ਼ੀ ਕਰ ਦਈਏ, ਜੈਨੋਸਾਈਡ ਕਰ ਦਈਏ, ਖਤਮ ਕਰ ਦਈਏ ਸਾਰੀ ਕੌਮ ਨੂੰ। ਤਾਂ ਉਹਨਾਂ ਨੇ ਕੀ ਕੀਤਾ ਕਿ ਇਸ ਤਰ੍ਹਾਂ ਦੀ ਕਾਰਵਾਈ ਅੰਦਰ ਖਾਤੇ ਜਿਹੜੀ ਸੀ ਉਹ ਪਲੈਨਿੰਗ ਸਾਰੀ ਬਣਾ ਲਈ। ਤਾਂ ਇੱਕ ਪਾਸੇ ਤਾਂ ਬਾਹਰੀ ਰੂਪ ਦੇ ਵਿੱਚ ਇਜਾਜ਼ਤ ਵੀ ਦੇ ਦਿੱਤੀ, ਪਰਮਿਸ਼ਨ ਵੀ ਦੇ ਦਿੱਤੀ, ਸਿੱਖਾਂ ਨੂੰ ਚਿੱਠੀਆਂ ਭੇਜੀਆਂ, ਸੁਨੇਹੇ ਭੇਜੇ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਕਿ ਆਓ ਕੌਮ ਜੀ, ਪੰਥ ਜੀ, ਆਪਾਂ ਜੁੜਦੇ ਆ ਤੇ ਇਕੱਠ ਕਰਦੇ ਆ, ਉਹਦੇ ਵਿੱਚ ਚੰਗੇ ਫੈਸਲੇ ਕਰਦੇ ਆ। ਤੇ ਦੂਜੇ ਪਾਸੇ ਕੀ ਕੀਤਾ ਸਰਕਾਰ ਨੇ ਜਿਹੜੀ ਸੀ ਉਹ ਸਖਤੀ ਵਧਾਉਣੀ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਹੋਰ ਫੋਰਸ ਲਾ ਦਿੱਤੀਆਂ, ਚੌਂਕੀਆਂ ਵਧਾ ਦਿੱਤੀਆਂ, ਸੈਨਾ ਦੀ ਗਿਣਤੀ ਵਧਾ ਦਿੱਤੀ। ਤਾਂ ਭਾਈ ਸਾਹਿਬ ਬੜੇ ਦੂਰ ਅੰਦੇਸ਼ ਸਨ। ਭਾਈ ਮਨੀ ਸਿੰਘ ਬਹੁਤ ਸੂਝ-ਬੂਝ ਵਾਲੇ, ਕਿਉਂਕਿ ਜਿਹੜੇ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਹੁੰਦੀਆਂ ਨੇ ਉਹ ਖਤਰਿਆਂ ਨੂੰ ਪਹਿਲਾਂ ਹੀ ਭਾਂਪ ਜਾਂਦੀਆਂ ਨੇ, ਤੇ ਉਹਨਾਂ ਨੇ ਖਤਰੇ ਨੂੰ ਭਾਂਪ ਲਿਆ, ਉਹਨਾਂ ਨਬਜ ਪਛਾਣ ਲਈ, ਨੀਅਤ ਸਮਝ ਗਏ ਕਿ ਸਰਕਾਰ ਦੀ ਨੀਅਤ ਠੀਕ ਨਹੀਂ ਹੈ, ਕੁਝ ਕਰਨ ਜਾ ਰਹੀ ਹੈ ਸਰਕਾਰ। ਤਾਂ ਉਹਨਾਂ ਨੂੰ ਪਤਾ ਵੀ ਲੱਗ ਗਿਆ ਅੰਦਰ ਖਾਤੇ, ਕੁਝ ਦਰਦ ਵਾਲੇ ਪਿਆਰ ਵਾਲਿਆਂ ਨੇ ਦੱਸ ਵੀ ਦਿੱਤਾ ਕਿ ਭਾਈ ਸਾਹਿਬ ਸਰਕਾਰ ਬਹੁਤ ਵੱਡਾ ਕਤਲੇਆਮ ਕਰੇਗੀ ਜੇ ਸਿੱਖ ਕੌਮ ਇੱਥੇ ਇਕੱਠੀ ਹੋ ਜਾਂਦੀ ਹੈ। ਤੇ ਭਾਈ ਸਾਹਿਬ ਇੰਨੇ ਸਿਆਣੇ ਸਨ, ਇੰਨੇ ਗੁਰੂ ਦਰਦ ਵਾਲੇ ਪਿਆਰ ਵਾਲੇ ਸਨ, ਉਹਨਾਂ ਨੇ ਉਸੇ ਵੇਲੇ ਸੁਨੇਹੇ ਚਿੱਠੀਆਂ ਫੇਰ ਸਿੱਖਾਂ ਨੂੰ ਜਿਸ ਤਰ੍ਹਾਂ ਪਹਿਲਾਂ ਬੁਲਾਉਣ ਵਾਸਤੇ ਸਰਦਾਰ ਮਨਦੀਪ ਸਿੰਘ ਜੀ ਕਿਹਾ, ਉਸੇ ਤਰ੍ਹਾਂ ਉਹਨਾਂ ਨੇ ਫੇਰ ਸੁਨੇਹੇ ਚਿੱਠੀਆਂ ਭੇਜੀਆਂ, ਘੋੜਸਵਾਰ ਭੇਜੇ, ਉਸ ਵੇਲੇ ਦੀ ਜੋ ਵੀ ਸਾਧਨ ਸਨ, ਟਰਾਂਸਪੋਰਟ ਜਿੱਦਾਂ ਦੀ ਆਪਾਂ ਕਹਿ ਸਕਦੇ ਹਾਂ, ਮਤਲਬ ਦਾ ਸਾਧਨ ਸੀ, ਉਹਨਾਂ ਨੇ ਸੌਰੀ ਮੈਂ ਟਰਾਂਸਪੋਰਟ ਕਹਿ ਗਿਆ ਵੀ ਜਿਸ ਤਰ੍ਹਾਂ ਦੇ ਵੀ ਸਾਧਨ ਸਨ ਉਹਨਾਂ ਕੋਲ, ਉਹਨਾਂ ਨੇ ਮਤਲਬ ਸੁਨੇਹੇ ਭੇਜੇ ਕਿ ਸਿੱਖੋ ਨਾ ਆਇਓ, ਬਹੁਤ ਕੌਮ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਤੇ ਨਹੀਂ ਆਉਣਾ ਤੁਸਾਂ ਨੇ। ਹੁਣ ਸਰਕਾਰ ਇਸ ਗੱਲ ਤੋਂ ਖਫਾ ਹੋਈ, ਤੈਸ਼ ਵਿੱਚ ਆਈ ਸਰਕਾਰ, ਤੇ ਉਹਨਾਂ ਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ। ਹੁਣ ਉਹੀ ਗੱਲ ਹੈ ਕਿ ਕੋਈ ਇਹਨੂੰ 1735 ਲਿਖਦਾ ਹੈ, ਕੋਈ 1700 ਇਹਨੂੰ 38 ਲਿਖਦਾ ਹੈ, ਕੋਈ 3 ਸਾਲ ਪਹਿਲਾਂ ਦੀ ਗੱਲ ਲਿਖਦਾ ਹੈ, ਕੋਈ 3 ਸਾਲ ਬਾਅਦ ਦੀ ਲਿਖਦਾ ਹੈ। ਚਲੋ ਕੋਈ ਵੀ ਡੇਟ ਹੋਵੇ, 35 ਹੋਵੇ, 38 ਹੋਵੇ, ਉਹਦੇ ਚ ਨਹੀਂ ਆਪਾਂ ਖਿੱਚ ਧੂ ਦੇ ਵਿੱਚ ਪੈਂਦੇ। ਜਦੋਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗ੍ਰਿਫਤਾਰ ਕਰਕੇ ਲਾਹੌਰ ਖੜਿਆ ਗਿਆ ਤੇ ਉਹਨਾਂ ਇਲਜ਼ਾਮ ਇਹ ਲਾਇਆ ਗਿਆ ਕਿ ਤੁਸੀਂ ਟੈਕਸ ਨਹੀਂ ਜਮ੍ਹਾਂ ਕਰਾਇਆ। ਤੇ ਭਾਈ ਸਾਹਿਬ ਨੇ ਜਾਂਦੇ ਹੀ ਨਿਧੜਕ ਸਨ, ਦਲੇਰ ਸਨ, ਬਹਾਦਰੀ ਦਾ ਗੁਣ ਸੀ, ਸੂਰਮਗਤੀ ਦਾ, ਨਿਰਭਉ ਨਿਡਰ ਅਵਸਥਾ ਵਾਲੇ ਸਨ, ਬਾਣੀ ਪੜ੍ਹਦੇ ਸਨ। ਉਹਨਾਂ ਨੇ ਜਾਂਦਿਆਂ ਸਾਰੀ ਕਿਹਾ ਕਿ ਸਰਕਾਰ ਇਹ ਧੱਕਾ ਕਰ ਰਹੀ ਹੈ ਕਿ ਜਦੋਂ ਤੁਸੀਂ ਇਕੱਠ ਨਹੀਂ ਸਾਡਾ ਜੁੜਨ ਦਿੱਤਾ ਤੇ ਚੜਾਵਾ ਨਹੀਂ ਆਇਆ, ਸਾਡੀ ਆਮਦਨ ਨਹੀਂ ਹੋਈ, ਸਿੱਧੀ ਗੱਲ ਕਹੀਏ ਤਾਂ ਅਸੀਂ ਪੈਸੇ ਦਈਏ ਕਿੱਥੋਂ। ਤਾਂ ਮਤਲਬ ਸਰਕਾਰ ਨੇ ਇਹ ਦੋਸ਼ ਮੜਿਆ ਕਿ ਨਹੀਂ ਤੁਸੀਂ ਟੈਕਸ ਨਹੀਂ ਜਮ੍ਹਾਂ ਕਰਾਇਆ, ਇਹਦੀ ਤੁਹਾਨੂੰ ਸਜ਼ਾ ਭੁਗਤਣੀ ਪਏਗੀ। ਤੇ ਜਿਹੜੇ ਕੁਝ ਪਿਆਰ ਵਾਲੇ ਸਿੱਖ ਸੀ ਉਹਨਾਂ ਨੇ ਇਹ ਵੀ ਕਿਹਾ, ਭਾਈ ਸਾਹਿਬ ਤੱਕ ਪਹੁੰਚ ਕੀਤੀ, ਕਹਿੰਦੇ ਅਸੀਂ 5000 ਰੁਪਏ ਦੀ ਕੋਈ ਗੱਲ ਨਹੀਂ ਹੁੰਦੀ। ਵੈਸੇ ਅੱਜ ਦੀ ਤਰੀਕ ਵਿੱਚ ਉਦੋਂ ਦਾ 5000 ਅੱਜ ਦੇ ਲੱਖਾਂ ਰੁਪਈਆ ਬਰਾਬਰੀ ਕਰਦਾ 5000 ਦੀ, ਪਰ ਉਹ ਫਿਰ ਵੀ ਸਿੱਖਾਂ ਨੇ, ਕੁਝ ਪਿਆਰ ਵਾਲੇ ਜਿਹੜੇ ਮਾਨਵਤਾ ਦੇ ਭਲੇ ਦੀ ਸੋਚ ਰੱਖਦੇ ਸੀ, ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗੱਲ ਨਹੀਂ 5000 ਰੁਪਈਆ ਦੇ ਦਿੰਦੇ ਆ ਭਾਈ ਸਾਹਿਬ, ਤੁਹਾਨੂੰ ਛਡਾ ਲੈਂਦੇ ਆ। ਤੇ ਭਾਈ ਸਾਹਿਬ ਨੇ ਮਨਾ ਕਰ ਦਿੱਤਾ, ਕਹਿੰਦੇ ਕਿ ਸਰਕਾਰ ਦੀ ਨੀਅਤ ਬਹੁਤ ਮਾੜੀ ਹੈ, ਪੈਸੇ ਵੀ ਇਹਨਾਂ ਨੇ ਜ਼ਬਤ ਕਰ ਲੈਣੇ ਨੇ ਤੇ ਸਾਨੂੰ ਵੀ ਨਹੀਂ ਛੱਡਣਾ। ਇਸ ਵਾਸਤੇ ਸਿੱਖ ਮੌਤ ਤੋਂ ਡਰਦਾ ਨਹੀਂ ਹੈ, ਅਸੀਂ ਹੱਸ ਕੇ ਇਹਨਾਂ ਦਾ ਹਰ ਜ਼ੁਲਮ ਝੱਲਣ ਵਾਸਤੇ ਤਿਆਰ ਹਾਂ। ਤੋ ਇਸ ਰੂਪ ਦੇ ਵਿੱਚ ਫਿਰ ਕਾਜੀ ਨੂੰ ਪੁੱਛਿਆ ਗਿਆ ਜ਼ਕਰੀਆ ਖਾਨ ਦੇ ਵੱਲੋਂ, ਹਾਕਮ ਵੱਲੋਂ, ਕਿ ਦੱਸੋ ਇਹਨਾਂ ਨੂੰ ਕੀ ਸਜ਼ਾ ਦਈਏ। ਤਾਂ ਕਾਜੀ ਨੇ ਉਸ ਵੇਲੇ ਕਿਹਾ ਸੀ ਕਿ ਇਹ ਕਾਫਰਾਂ ਦਾ ਜਿਹੜਾ ਹੈ ਨਾ, ਇਹ ਮਤਲਬ ਕਿ ਟੀਚਰ ਹੈ, ਇਹ ਕਾਫਰਾਂ ਨੂੰ, ਸਿੱਖਾਂ ਨੂੰ ਕਾਫਰ ਕਿਹਾ ਜਾਂਦਾ ਸੀ ਨਾ, ਕਿ ਇਹ ਸਿੱਖਾਂ ਦਾ ਕਾਫਰਾਂ ਦਾ ਟੀਚਰ ਹੈ, ਉਹਨਾਂ ਨੂੰ ਪੜਾਉਂਦਾ ਹੈ, ਉਹਨਾਂ ਨੂੰ ਸਿਖਾਉਂਦਾ ਹੈ ਤੇ ਉਹਨਾਂ ਨੂੰ ਭੜਕਾਉਂਦਾ ਹੈ। ਤੇ ਇਸਲਾਮ ਦੇ ਖਿਲਾਫ ਉਹਨੇ ਝੂਠ ਬੋਲਿਆ, ਕਹਿੰਦਾ ਇਹ ਕਾਫਰਾਂ ਦਾ ਟੀਚਰ ਹੈ, ਉਹ ਅਧਿਆਪਕ ਹੈ ਤੇ ਇਸਲਾਮ ਦੇ ਖਿਲਾਫ ਹੀ ਭੜਕਾਉਂਦਾ ਹੈ। ਇਸ ਵਾਸਤੇ ਇਹਨੂੰ ਬੜੀ ਭਿਆਨਕ ਸਜ਼ਾ ਦੇਣੀ ਚਾਹੀਦੀ ਹੈ। ਤੇ ਸਜ਼ਾ ਉਹਨੇ ਚੁਣੀ ਕਾਜੀ ਨੇ, ਕਿਉਂਕਿ ਕਾਜੀ ਵੀ ਬਕਾਊ ਹੁੰਦੇ ਸੀ, ਜਿਵੇਂ ਅੱਜ ਕੋਰਟਾਂ ਦੇ ਜੱਜ ਵਿਕ ਜਾਂਦੇ ਨੇ, ਏਦਾਂ ਹੀ ਜੱਜ ਦਾ ਰੁਤਬਾ ਉਸ ਵੇਲੇ ਕਾਜੀ ਰੱਖਦਾ ਸੀ। ਤਾਂ ਕਾਜੀ ਨੇ ਫਿਰ ਝੂਠ ਬੋਲ ਕੇ ਕਿਹਾ, ਕਹਿੰਦਾ ਕਿ ਇਹਨਾਂ ਦੇ ਬੰਦ ਕੱਟ ਦਿਓ। ਬੰਦ ਤੋਂ ਭਾਵ ਕਿ ਸਰੀਰ ਟੁਕੜੇ ਪੋਟਾ, ਛੋਟਾ ਪੀਸ ਸਰੀਰ ਦਾ ਕਰ ਦਿਓ। ਇਹ ਕਾਫਰ ਹੈ, ਕਾਫਰਾਂ ਨੂੰ ਭੜਕਾਉਣ ਵਾਲਾ ਇੱਕ ਉਸਤਾਦ ਇਹੋ ਜਿਹਾ ਟੀਚਰ ਹੈ। ਤਾਂ ਭਾਈ ਸਾਹਿਬ ਨੂੰ ਇਹ ਸਜ਼ਾ ਜਦੋਂ ਦਿੱਤੀ ਗਈ ਤੇ ਨਖਾਸ ਚੌਂਕ ਦੀ ਜਗ੍ਹਾ ਹੈ ਉਹ, ਅੱਜ ਉਹ ਸਾਡਾ ਬੜਾ ਇੱਕ ਦੁਖਦਾਈ ਪੱਖ ਹੈ। ਇਹ ਦੁਖਾਂਤ ਹੈ ਮੇਰੀ ਕੌਮ ਦਾ, ਮੇਰੇ ਪੰਥ ਦਾ, ਕਿ ਅਸੀਂ ਉਹ ਸਥਾਨ ਨਹੀਂ ਸਾਂਭ ਸਕੇ ਲਾਹੌਰ ਦੇ ਵਿੱਚ
ਇਹ ਨਖਾਸ ਚੌਂਕ ਦੀ ਜਗ੍ਹਾ ਜਿੱਥੇ ਲੋਕਾਂ ਨੇ ਅੱਜ ਰਹਿائشੀ ਮਕਾਨ ਬਣਾ ਲਏ, ਘਰ ਬਣਾ ਲਏ, ਤਾਂ ਉਹ ਭਾਈ ਸਾਹਿਬ ਦੀ ਜਿਹੜੀ ਸ਼ਹਾਦਤ ਵਾਲਾ ਸਥਾਨ ਸੀ ਅੱਜ ਸਾਡੇ ਕੋਲੋਂ ਗੁੰਮ ਹੁੰਦਾ ਜਾ ਰਿਹਾ, ਗਵਾਚਦਾ ਜਾ ਰਿਹਾ। ਆ ਮੀਡੀਆ ਵਿੱਚ ਆਪਾਂ ਦੇਖਦੇ ਹਾਂ ਥੋੜੀਆਂ ਛੋਟੀਆਂ ਫੋਟੋਆਂ ਜਿਹੀਆਂ ਆਉਂਦੀਆਂ ਨੇ ਉਸ ਸਥਾਨ ਦੀਆਂ, ਉੱਪਰਲੇ ਗੁੰਬਦ ਦੇ ਹਿੱਸੇ ਦੀਆਂ। ਉਸ ਨਖਾਸ ਚੌਂਕ ਵਾਲੀ ਜਗ੍ਹਾ ਤੇ ਭਾਈ ਮਨੀ ਸਿੰਘ ਨੂੰ ਚੌਂਕ ਦੇ ਵਿੱਚ ਬਿਠਾਇਆ। ਤੇ ਦਿਨ ਦਾ ਸਮਾਂ ਸੀ ਜਦੋਂ ਉਹਨਾਂ ਦੇ ਜਿਵੇਂ ਲੱਕੜ ਦੇ ਇੱਕ ਟੁਕੜੇ ਦੇ ਉੱਪਰ ਤੇ ਜਿਵੇਂ ਦਾਤਰ ਹੱਥ ਵਿੱਚ ਲੈ ਕੇ, ਆਪਾਂ ਦੇਖਦੇ ਹਾਂ ਅੱਜ ਵੀ ਕਸਾਈ ਕੋਈ ਵੀ ਚਿਕਨ ਦਾ ਕੰਮ ਕਰਨ ਵਾਲਾ ਬੰਦਾ ਜਿਵੇਂ ਚਿਕਨ ਦੇ ਟੁਕੜੇ ਕਰਦਾ ਹੈ, ਮਾਸ ਦੇ ਟੁਕੜੇ ਕਰਦਾ ਹੈ, ਕੋਈ ਕਸਾਈ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ, ਇਸ ਤਰ੍ਹਾਂ ਭਾਈ ਮਨੀ ਸਿੰਘ ਦੇ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਇਹ ਉਹਨਾਂ ਦਾ ਅਖੀਰਲਾ ਸਮਾਂ ਜਿਹੜਾ ਸੀ, ਇਹ ਵੀ ਗੁਰੂ ਘਰ ਦਾ ਇੱਕ ਚੰਗਾ ਪ੍ਰਬੰਧਕ, ਉਹਨਾਂ ਨੇ ਪ੍ਰਬੰਧਕੀ ਦਾ ਗੁਣ ਜਿਹੜਾ ਸੀ ਉਹਨਾਂ ਦਾ ਸਾਹਮਣੇ ਆਇਆ ਕਿ ਉਹਨਾਂ ਨੇ ਆਪਣੇ ਸਰੀਰ ਦੇ ਟੁਕੜੇ ਕਰਵਾ ਲਏ, ਬੰਦ ਕਟਵਾ ਲਏ, ਪਰ ਕੌਮ ਨੂੰ ਬਚਾ ਲਿਆ। ਏਡੀ ਵੱਡੀ ਗੱਲ ਹੈ ਕਿ ਭਾਈ ਮਨੀ ਸਿੰਘ ਨੇ ਕੌਮ ਨੂੰ ਬਚਾ ਲਿਆ, ਲੱਖਾਂ ਘਰ ਉਜੜਨੋਂ ਬਚਾ ਲਏ, ਲੱਖਾਂ ਮਾਵਾਂ ਦੇ ਪੁੱਤਰ ਬਚਾ ਲਏ, ਬੱਚਿਆਂ ਦੇ ਮਾਪੇ ਬਚਾ ਲਏ, ਬਜ਼ੁਰਗਾਂ ਦੇ ਜਿਉਣ ਯੋਗੇ ਬਚਾ ਲਏ, ਪਰ ਉਹਨਾਂ ਨੇ ਆਪਣੇ ਸਰੀਰ ਦੇ ਬੰਦ ਕਟਵਾ ਲਏ। ਆਪਾਂ ਏਦਾਂ ਵੀ ਇਹਨੂੰ ਮਹਿਸੂਸ ਕਰ ਸਕਦੇ ਹਾਂ ਕਿ ਭਾਈ ਸਾਹਿਬ ਦੇ ਸਰੀਰ ਦੇ ਭਾਵੇਂ ਨਿੱਕੇ ਪੀਸ ਕਰ ਦਿੱਤੇ ਗਏ, ਟੁਕੜੇ ਕਰ ਦਿੱਤੇ, ਬੰਦ ਕੱਟ ਦਿੱਤੇ, ਪਰ ਉਹਨਾਂ ਨੇ ਲੱਖਾਂ ਹੀ ਜਿਹੜੇ ਸਰੀਰ ਸੀ ਉਹ ਕੱਟਣੋਂ ਬਚਾ ਲਏ। ਇਹ ਉਹਨਾਂ ਦੀ ਬੜੀ ਵੱਡੀ ਜਾਂਦਿਆਂ ਵੀ ਵੇਖੋ ਉਸ ਗੁਰਸਿੱਖ ਦੀ ਕਿੰਨੀ ਵੱਡੀ ਦੇਣ ਹੈ, ਤੇ ਆਪਾਂ ਤਾਂ ਸਿਜਦਾ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ। ਬਿਲਕੁਲ ਜੀ, ਸਿਜਦਾ ਕਰਨਾ ਬਣਦਾ, ਕਿਉਂਕਿ ਇਤਿਹਾਸ ਹੈ ਬਹੁਤ ਗੌਰਵਮਈ, ਜਿਹਨੂੰ ਕਹਿੰਦੇ ਆ ਨਾ ਮਾਣਮੱਤਾ ਇਤਿਹਾਸ ਜਿਹੜਾ ਹੈਗਾ ਕੌਮ ਦਾ ਹੈਗਾ। ਤੇ ਇਹਦੇ ਵਿੱਚ ਜਿਹੜਾ ਭਾਈ ਮਨੀ ਸਿੰਘ ਦੀ ਸ਼ਹਾਦਤ ਜਿਹੜੀ ਹੈਗੀ ਆ, ਜਦੋਂ ਅਸੀਂ ਅਰਦਾਸ ਵਿੱਚ ਬੈਠਦੇ ਹਾਂ ਤੇ ਫਿਰ ਉਸ ਵੇਲੇ ਬੰਦ ਕਟਾਏ ਜਦੋਂ ਅਸੀਂ ਕਹਿੰਦੇ ਹਾਂ, ਤੇ ਉਦੋਂ ਇੱਕਦਮ ਜਿਹੜੀ ਪਿਕਚਰ ਹੈ ਭਾਈ ਮਨੀ ਸਿੰਘ ਜੀ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ। ਤੇ ਉਹ ਗੱਲ ਤੁਸੀਂ ਬਿਲਕੁਲ ਦਰੁਸਤ ਕਹੀ ਹੈ ਕਿ ਉਹ ਇੱਕ ਕੌਮ ਦੇ ਟੀਚਰ ਸਨ ਉਸ ਸਮੇਂ, ਕਿਉਂਕਿ ਉਹਨਾਂ ਦੇ ਨਾਮ ਦੀ ਟਕਸਾਲ ਜਿਹੜੀ ਹੈਗੀ ਆ ਅੱਜ ਵੀ ਜਿਹੜੀ ਚੱਲਦੀ ਹੈਗੀ ਆ, ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ, ਸਿੱਖੀ ਦੀ ਇੱਕ ਉਹਨਾਂ ਨੇ ਫੁਲਵਾੜੀ ਤਿਆਰੀ ਕੀਤੀ ਸੀਗੀ ਆਪ ਵੀ, ਕਿਉਂਕਿ ਬੜੇ ਵੱਡੇ ਪ੍ਰਚਾਰਕ ਸਨ। ਤੇ ਇਹ ਤੋਂ ਬਾਅਦ ਵਿੱਚ ਕੌਮ ਦੇ ਵਿੱਚ ਵੀ, ਕਿਉਂਕਿ ਕੌਮ ਦੇ ਵਿੱਚ ਜਿਹੜੀਆਂ ਕੁਰਬਾਨੀਆਂ ਵਾਲੇ ਪ੍ਰਚਾਰਕ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਸ਼ਹੀਦ ਭਾਈ ਮਨੀ ਸਿੰਘ ਜੀ, ਇਹਨਾਂ ਦੋਨਾਂ ਦਾ ਨਾਮ ਆਉਂਦਾ, ਜਿਹੜੇ ਪ੍ਰਚਾਰ ਪ੍ਰਸਾਰ ਵੀ ਸਾਰੀ ਉਮਰ ਲੰਘੀ ਜਿਨ੍ਹਾਂ ਦੀ, ਤੇ ਅੰਤ ਦੇ ਸਮੇਂ ਜਿਹੜੀਆਂ ਹੈਗੀਆਂ ਮਾਨਮੱਤੀਆਂ ਸ਼ਹਾਦਤਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਗੁਰਸਿੱਖਾਂ ਨੇ ਦੇਣ ਤੋਂ ਗੁਰੇਜ਼ ਵੀ ਨਹੀਂ ਕੀਤਾ। ਇਹ ਤੋਂ ਬਾਅਦ ਦੇ ਵਿੱਚ ਜਿਹੜਾ ਜ਼ਿਕਰ ਆਉਂਦਾ, ਕਿਉਂਕਿ ਇਹਦੇ ਵਿੱਚ ਅੰਮ੍ਰਿਤਸਰ ਦਾ ਜਿਹੜਾ ਨਵਾਬ ਅਬਦੁੱਲਾ ਖਾਨ ਤੇ ਲਾਹੌਰ ਦਾ ਜਿਹੜਾ ਨਵਾਬ ਹੈ ਜ਼ਕਰੀਆ ਖਾਨ, ਇਹਨਾਂ ਦੋਨਾਂ ਦਾ ਨਾਮ ਆਉਂਦਾ ਹੈਗਾ। ਤੇ ਕਹਿੰਦੇ ਫਿਰ ਸਮਾਂ ਪੈਣ ਦੇ ਉੱਤੇ ਸ਼ਹੀਦ ਭਾਈ ਮਨੀ ਸਿੰਘ ਦਾ ਜਿਹੜਾ ਭਤੀਜਾ ਸੀ ਅਗੜ ਸਿੰਘ, ਉਹਨ ਫਿਰ ਜਿਹੜਾ ਹੈਗਾ ਅਬਦੁੱਲਾ ਖਾਨ ਦਾ ਜਿਹੜਾ ਹੈਗਾ ਕਤਲ ਜਿਹੜਾ ਹੈਗਾ ਆ ਅੰਮ੍ਰਿਤਸਰ ਦੇ ਲਾਗੇ, ਜਦੋਂ ਕਿਤੇ ਟੈਕਸ ਵਗੈਰਾ ਲੈਣ ਜਾਣ ਦਿਆ ਸੀਗਾ, ਉੱਥੇ ਘੇਰ ਕੇ ਫਿਰ ਉਹਦਾ ਕਤਲ ਵੀ ਜਿਹੜਾ ਹੈਗਾ ਆ ਕੀਤਾ ਜਾਂਦਾ, ਕਿਉਂਕਿ ਉਹ ਵੀ ਬਰਾਬਰ ਦਾ ਜ਼ਿੰਮੇਵਾਰ ਸੀ ਉਸ ਸਮੇਂ ਜ਼ਕਰੀਆ ਖਾਨ ਦੇ ਨਾਲ ਹੀ। ਜ਼ਕਰੀਆ ਖਾਨ ਤਾਂ ਆਪਣੀ ਮੌਤ ਤੇ ਜਿਹੜੀ ਹੈਗੀ ਆ, ਕਿਉਂਕਿ ਅਸੀਂ ਜਿਹੜਾ ਅਗਲਾ ਸੈਗਮੈਂਟ ਭਾਈ ਤਾਰੂ ਸਿੰਘ ਜੀ ਦਾ ਕਰਨਾ ਆ, ਉਹਦੇ ਵਿੱਚ ਫਿਰ ਜਿਹੜੀ ਹੈਗੀ ਆ ਉਹਨਾਂ ਦੀ ਵੀ ਜਿਹੜੀ ਗੱਲ ਜਿਹੜੀ ਹੈਗੀ ਪੂਰੀ ਤਰ੍ਹਾਂ ਕਰਾਂਗੇ, ਕਿਉਂਕਿ ਜ਼ਕਰੀਆ ਖਾਨ ਦਾ ਹਮੇਸ਼ਾ ਹੀ ਨਾਂ ਇੱਕ ਜ਼ਾਲਮ ਸੂਬੇਦਾਰਾਂ ਦੇ ਵਿੱਚ ਆਉਂਦਾ ਹੈਗਾ, ਜਿਨ ਕੌਮ ਦੇ ਜਿਹੜੇ ਹੈਗੇ ਗੁਰਸਿੱਖਾਂ ਨੂੰ ਸ਼ਹੀਦ ਜਿਹੜਾ ਕਰਨ ਦੇ ਵਿੱਚ ਯੋਗਦਾਨ ਪਾਇਆ ਜੀ। ਇੱਕ ਮਿੰਟ ਲਈ ਸਰਦਾਰ ਮਨਦੀਪ ਸਿੰਘ ਜੀ, ਮੈਂ ਗੱਲ ਅਖੀਰਲੀ ਕਹਿ ਦਿਆਂ ਕਿ ਉਹਨਾਂ ਦੇ ਜਿਹੜੇ ਭਾਈ ਮਨੀ ਸਿੰਘ ਜੀ ਦੇ ਆਪਣੇ ਭਰਾ ਸਨ, 11 ਭਰਾ ਸਨ, 12 ਭਰਾ ਸਨ। ਸਭ ਤੋਂ ਛੋਟੀ ਉਮਰ, ਇੱਕ ਛੋਟੀ ਉਮਰ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ। 11 ਭਰਾ ਵੀ ਗੁਰੂ ਘਰ ਚ ਰਹੇ, ਉਹਨਾਂ ਦੇ ਭਤੀਜੇ ਵੀ, ਉਹਨਾਂ ਦੇ ਪੁੱਤਰ ਵੀ, ਪੋਤਰੇ ਵੀ। ਮਤਲਬ ਕਹਿਣ ਤੋਂ ਭਾਵ ਕਿ ਅੱਜ ਸਾਡੀ ਲਿਖਤ ਦੱਸਦੀ ਹੈ ਕਿ 53 ਦੇ ਲਗਭਗ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਨ। ਜਿਹੜੀ ਤੁਸੀਂ ਸਰਦਾਰ ਅਗੜ ਸਿੰਘ ਦੀ ਗੱਲ ਕੀਤੀ ਹੈ, ਇਹ ਭਾਈ ਮਨੀ ਸਿੰਘ ਦੇ ਭਤੀਜੇ ਸਨ। ਇਹਨਾਂ ਨੇ ਜਿਹੜਾ ਕਾਜੀ ਸੀ ਨਾ, ਜਿਸ ਕਾਜੀ ਨੇ ਸਜ਼ਾ ਸੁਣਾਈ ਸੀ, ਉਹਦਾ ਨਾਂ ਇਤਿਹਾਸ ਵਿੱਚ ਦੱਸਦੇ ਨੇ ਅਬਦੁਲ ਰਜ਼ਾਕ ਉਹਦਾ ਨਾਂ ਸੀ, ਤੇ ਉਹਦਾ ਪਿੰਡ ਸੀ ਅਲੀਗੜ੍ਹ। ਇਹਨਾਂ ਕੌਮ ਦੇ ਵਿੱਚ ਰੋਹ, ਗੁੱਸਾ, ਇੰਨਾ ਜੋਸ਼ ਆਇਆ ਕੌਮ ਨੂੰ ਕਿ ਅੰਗੜਾਈ ਲਈ ਦੁੱਲੇ ਪੰਥ ਨੇ, ਤੇ ਸਰਦਾਰ ਅਗੜ ਸਿੰਘ ਨੇ ਉਹ ਕਾਜੀ ਅਬਦੁਲ ਰਜ਼ਾਕ ਦਾ ਸਿਰ ਵੱਢ ਲਿਆ ਸੀ ਚਿੱਟੇ ਦਿਨ। ਤੇ ਉਸ ਤੋਂ ਬਾਅਦ ਕੌਮ ਨੇ, ਇੱਕ ਪੰਥ ਨੇ ਹਮਲਾ ਕੀਤਾ ਤੇ ਜਿਹੜਾ ਅਲੀਗੜ੍ਹ ਪਿੰਡ ਸੀ ਨਾ, ਉਹਨੂੰ ਥੇ ਬਣਾਤਾ, ਉਹਨੂੰ ਐ ਧਰਤੀ ਨਾਲ ਮਿੱਟੀ ਨਾਲ ਮਿਲਾਤਾ, ਤੇ ਉੱਥੇ ਨਵਾਂ ਪਿੰਡ ਵਸਿਆ, ਉਹਦਾ ਨਾਂ ਅਕਾਲਗੜ੍ਹ ਰੱਖਿਆ ਸਿੰਘਾਂ ਨੇ। ਮਤਲਬ ਇੱਥੋਂ ਇੱਕ ਗੱਲ ਦਾ ਸੁਨੇਹਾ ਜਿਹੜਾ ਮਿਲਦਾ ਹੈ ਨਾ, ਕਿ ਭਾਈ ਮਨੀ ਸਿੰਘ ਦੀ ਸ਼ਖਸੀਅਤ ਕਿੰਨੀ ਵੱਡੀ ਸੀ, ਕਿੰਨਾ ਕੌਮ ਦੇ ਵਿੱਚ ਉਹਨਾਂ ਦਾ ਪਿਆਰ ਸੀ, ਉਹਨਾਂ ਦੇ ਪ੍ਰਤੀ ਦਿਲਾਂ ਵਿੱਚ ਕਿੰਨੀ ਥਾਂ ਸੀ। ਬੱਚਾ, ਬੀਬੀਆਂ, ਬਜ਼ੁਰਗ, ਨੌਜਵਾਨ ਸਾਰੇ ਭਾਈ ਮਨੀ ਸਿੰਘ ਨੂੰ ਕਿੰਨਾ ਪਿਆਰ ਕਰਦੇ ਸੀ। ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿ ਕਿਹਾ ਜਾਂਦਾ ਹੈ ਕਿ ਭਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ
ਜੇ ਕੋਈ ਜਵਾਨੀਆਂ ਜਿਹੜੀਆਂ ਸੀ ਨਾ ਕੌਮ ਦੀਆਂ, ਉਹ ਭਾਈ ਮਣੀ ਸਿੰਘ ਦੇ ਹੱਥੋਂ ਖੰਡੇ ਬਾਟੇ ਦੀ ਪੌੜ ਲੈ ਕੇ ਸਿੱਖੀ ਵਿੱਚ ਸ਼ਾਮਲ ਹੋਣ ਤੇ ਮਾਣ ਮਹਿਸੂਸ ਕਰਦੀਆਂ ਸੀ। ਇੰਨਾ ਵੱਡਾ ਉਹਨਾਂ ਦਾ ਸਤਿਕਾਰ ਸੀ। ਮਤਲਬ ਉਹ ਸਾਰੀ ਜਵਾਨੀ ਨੂੰ, ਕੌਮ ਨੂੰ, ਬੱਚੇ ਨੂੰ ਆਪਣਾ ਪਰਿਵਾਰ ਸਮਝਦੇ ਸੀ। ਮਤਲਬ ਅੱਜ ਦੇ ਸਾਡੇ ਜਿਹੜੇ ਲੀਡਰ ਨੇ ਨਾ, ਸਾਡੇ ਜਿਹੜੇ ਆਗੂ ਲੋਕ ਨੇ, ਧਾਰਮਿਕ ਲੋਕ ਖਾਸ ਕਰਕੇ, ਮੈਂ ਕਹਿਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਘੱਟੋ ਘੱਟ ਸੇਧ ਲੈਣੀ ਚਾਹੀਦੀ ਹੈ ਭਾਈ ਮਣੀ ਸਿੰਘ ਦੇ ਜੀਵਨ ਤੋਂ, ਕਿ ਇੱਕ ਪਾਸੇ ਉਹ ਸਾਡਾ ਮਹਾਨ ਬਜ਼ੁਰਗ ਜਿਹਦੇ ਹੱਥੋਂ ਕੌਮ ਦਾ ਬੱਚਾ ਅਸੀਸ ਲੈਣੀ, ਪਿਆਰ ਲੈਣਾ, ਖੰਡੇ ਬਾਟੇ ਦੀ ਪੌੜ ਉਹ ਪੰਜਾਂ ਵਿੱਚ ਲੱਗਦੇ ਸੀ ਤਾਂ ਛੱਕ ਕੇ ਮਾਣ ਮਹਿਸੂਸ ਕਰਦੇ ਸੀ ਕਿ ਅਸੀਂ ਭਾਈ ਮਣੀ ਸਿੰਘ ਤੋਂ ਪ੍ਰੇਰਨਾ ਲੈ ਕੇ ਇੱਧਰ ਆਏ ਆ, ਗੁਰੂ ਘਰ ਨਾਲ ਜੁੜਿਆ। ਤੇ ਇੱਕ ਬੰਨੇ ਅੱਜ ਦੇ ਲੀਡਰ ਜਿਨ੍ਹਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਤੇ ਜਿਨ੍ਹਾਂ ਦੇ ਕਈ ਤਰ੍ਹਾਂ ਦੇ ਗੁਨਾਹਾਂ ਤੇ ਸੰਗੀਨ ਇਲਜ਼ਾਮਾਂ ਦੇ ਵਿੱਚ ਨਾ ਸ਼ਾਮਲ ਨੇ, ਇਹਨਾਂ ਲੋਕਾਂ ਨੂੰ ਘੱਟੋ ਘੱਟ ਸੇਧ ਲੈਣੀ ਚਾਹੀਦੀ ਹੈ ਕਿ ਜੇ ਲੀਡਰ ਹੋਵੇ, ਕੌਮ ਦਾ ਆਗੂ ਹੋਵੇ, ਤੇ ਭਾਈ ਮਣੀ ਸਿੰਘ ਵਰਗਾ ਸਾਨੂੰ ਬਣਨਾ ਚਾਹੀਦਾ ਹੈ। ਸੋ ਭਾਈ ਮਣੀ ਸਿੰਘ ਦੀ ਸ਼ਹਾਦਤ ਤੇ ਉਹਨਾਂ ਦਾ ਜਿਹੜਾ ਦਿਲਾਂ ਵਿੱਚ ਪਿਆਰ ਸੀ ਨਾ, ਉਹਦਾ ਨਤੀਜਾ ਬਾਅਦ ਵਿੱਚ ਇਹ ਨਿਕਲਿਆ ਕਿ ਕੌਮ ਨੇ ਬੜਾ ਵੱਡਾ ਰੋਸ ਜਿਹੜਾ ਸੀ ਉਹ ਪ੍ਰਗਟ ਕੀਤਾ, ਪਿੰਡ ਹੀ ਥੇ ਬਣਾਤਾ ਸੀ ਉਸ ਕਾਜੀ ਦਾ। ਬਿਲਕੁਲ ਇੱਕ ਦੇ ਨਾਲ ਹੋਰ ਵੀ ਜਿਹੜੀਆਂ ਗੱਲਾਂ ਜਿਹੜੀਆਂ ਸ਼ਾਮਲ ਹੁੰਦੀਆਂ, ਕਿਉਂਕਿ ਹੌਲੀ ਹੌਲੀ ਜ਼ਿਹਨ ਦੇ ਵਿੱਚ ਜਦੋਂ ਆਉਂਦਾ ਵੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਜਦੋਂ ਹੁੰਦੀ ਆ, ਉਹਨਾਂ ਦੇ ਨਾਲ ਜਿਹੜੇ ਗੁਰਸਿੱਖ ਹੈਗੇ ਆ ਉਹ ਵੀ ਭਾਈ ਮਨੀ ਸਿੰਘ ਦੇ ਨਾਲ, ਤਿੰਨਾਂ ਦੇ ਵਿੱਚੋਂ ਦੋ ਗੁਰਸਿੱਖ ਜਿਹੜੇ ਹੈਗੇ ਭਾਈ ਮਨੀ ਸਿੰਘ ਦੇ ਸਕੇ ਭਰਾ ਹੁੰਦੇ ਆ। ਇਹ ਤੋਂ ਬਾਅਦ ਦੇ ਵਿੱਚ ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਇਹ ਭਾਈ ਮਨੀ ਸਿੰਘ ਜੀ ਦੇ ਬੇਟੇ ਹੋਏ ਆ ਮੇਰੇ ਖਿਆਲ ਦੇ ਨਾਲ। ਤੇ ਕਹਿਣ ਦਾ ਭਾਵ ਇਹ ਹੈ ਵੀ ਭਾਈ ਮਨੀ ਸਿੰਘ ਜੀ ਤੋਂ ਦੇ ਨਾਲ ਉਹਨਾਂ ਦੇ ਭਰਾ ਤੇ ਉਹਨਾਂ ਦੇ ਪੁੱਤਰ ਜਿਹੜੇ ਮੋਹਰੀ ਸਿੱਖ ਸਨ, ਜਿਨ੍ਹਾਂ ਦੀਆਂ ਬੜੀਆਂ ਮਹਾਨ ਸ਼ਹਾਦਤਾਂ ਕੌਮ ਦੇ ਵਾਸਤੇ ਹੋਈਆਂ। ਤੇ ਅੰਤ ਦੇ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਜਿਹੜੀ ਬਾ ਕਮਾਲ ਦੀ ਸ਼ਹਾਦਤ ਸੀ। ਕਹਿੰਦੇ ਆ ਕਿ ਜਦੋਂ ਦਰਬਾਰ ਸਾਹਿਬ ਤੋਂ ਚੱਲਣ ਲੱਗੇ ਤੇ ਜਦੋਂ ਹੁਕਮਨਾਮਾ ਲਿਆ ਗਿਆ ਤੇ ਉਸ ਵੇਲੇ ਹੁਕਮਨਾਮਾ ਵੀ ਉਹੀ ਆਇਆ ਸੀ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਜਿਹਦੇ ਵਿੱਚ ਪੰਕਤੀ ਆਉਂਦੀ ਹੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਉਹਦੇ ਵਿੱਚ ਹੀ ਭਾਈ ਮਨੀ ਸਿੰਘ ਜੀ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਕੌਮ ਦੇ ਵਿੱਚ ਜਿਹੜੀ ਹੈਗੀ ਆ, ਜਿਹੜੀ ਇਹ ਪਰਖ ਦਾ ਸਮਾਂ ਜਿਹੜਾ ਹੈਗਾ ਆ, ਉਹ ਮੈਂ ਕੁਰਬਾਨੀ ਕਰਕੇ ਜਿਹੜਾ ਹੈਗਾ ਆ ਉਹ ਨਿਭਾਉਣਾ ਹੈਗਾ। ਤੇ ਇਹ ਜਿਹੜੀ ਹੈਗੀ ਆ ਕਮਾਲ ਦੀ ਜਿਹੜੀ ਸ਼ਹਾਦਤ ਜਿਹੜੀ ਹੈਗੀ, ਜਾਮੇ ਸ਼ਹਾਦਤ ਪੀਤੀ ਜਾਂਦੀ ਆ। ਭਾਈ ਰਜਿੰਦਰ ਸਿੰਘ ਜੀ, ਤੁਸੀਂ ਜਿਹੜੀ ਇਹ ਸ਼ਹਾਦਤ ਹੁੰਦੀ ਆ, ਉਹ ਤੋਂ ਬਾਅਦ ਦਾ ਜੋ ਅੱਗੇ ਕੌਮ ਦੇ ਵਿੱਚ ਕ੍ਰਾਂਤੀ ਹੁੰਦੀ ਹੈ, ਉਹ ਤੋਂ ਬਾਅਦ ਦੇ ਵਿੱਚ ਉਹਦੇ ਬਾਰੇ ਆਪਣੀ ਜਾਣਕਾਰੀ ਦਿਓ ਕਿ ਉਹ ਤੋਂ ਬਾਅਦ ਕਿਸ ਤਰ੍ਹਾਂ ਜਿਹੜੀਆਂ ਮਿਸਲਾਂ ਬਣਦੀਆਂ ਹੈਗੀਆਂ ਬਾਬਾ ਦੀਪ ਸਿੰਘ ਜੀ ਦੇ, ਫਿਰ ਉਸ ਤੋਂ ਬਾਅਦ ਜਿਹੜਾ ਸਿੱਖ ਰਾਜ ਆਉਂਦਾ ਹੈ। ਇਹ ਕਿਉਂਕਿ ਕੁਰਬਾਨੀਆਂ ਤੋਂ ਬਾਅਦ ਹੀ ਰਾਜ ਮਿਲਦਾ, ਕੁਰਬਾਨੀਆਂ ਤੋਂ ਬਿਨਾਂ ਰਾਜ ਨਹੀਂ ਮਿਲਦੇ। ਤੇ ਇਹ ਤੁਸੀਂ ਜਰੂਰ ਇਹਦੇ ਬਾਰੇ ਥੋੜਾ ਜਿਹਾ ਅੱਗੇ ਜਿਹੜੀ ਅਗਲੇ ਦੀ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਗੱਲ ਤੁਹਾਨੂੰ ਜਰੂਰ ਕਹਿਣਾ ਚਾਹਾਂਗਾ। ਦੇਖੋ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਜਦੋਂ ਸ਼ਹਾਦਤ ਹੁੰਦੀ ਹੈ, ਉਸ ਸਮੇਂ ਕੌਮ ਤੇ ਬੜਾ ਵੱਡਾ ਕ੍ਰੂਸ਼ਲ ਪੀਰੀਅਡ ਸੀ ਜੀ। ਉਦੋਂ ਇਹਨਾਂ ਦੋਨੋਂ ਭਰਾਵਾਂ ਨੇ ਸ਼ਹਾਦਤ ਦਿੱਤੀ। ਇੱਕ ਜਿਹੜੀ ਸ਼ਹਾਦਤ ਜਿਹੜੀ ਹੋਈ ਭਾਈ ਬਚਿੱਤਰ ਸਿੰਘ ਦੀ, ਭਾਈ ਉਦੈ ਸਿੰਘ ਦੀ, ਇਹਨਾਂ ਦੀ ਸ਼ਹਾਦਤ ਭਾਈ ਬਚਿੱਤਰ ਸਿੰਘ ਜ਼ਖਮੀ ਹੋਏ ਉਦੋਂ ਹੋਏ ਜਦੋਂ ਸਰਸਾ ਨਦੀ ਦੇ ਪਾਰ ਕਰਾਇਆ ਪੰਥ ਸੰਗਤ। ਜਦੋਂ ਸਿੱਖਾਂ ਨੇ ਸਰਸਾ ਨਦੀ ਪਾਰ ਕੀਤੀ ਤੇ ਜਦੋਂ ਰੋਕਿਆ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕੱਢ ਕੇ ਭਾਈ ਬਚਿੱਤਰ ਸਿੰਘ ਨੇ ਅੱਗੇ ਆਪਣੀ ਛਾਤੀਆਂ ਡਾਈਆਂ ਤੇ ਭਾਈ ਉਦੈ ਸਿੰਘ ਨੇ ਛਾਤੀਆਂ ਡਾਈਆਂ। ਹਾਂਜੀ ਹਾਂਜੀ ਬਿਲਕੁਲ। ਇਹ ਬੜੀ ਵੱਡੀ, ਉਦੋਂ ਸਾਹਿਬਜ਼ਾਦਾ ਅਜੀਤ ਸਿੰਘ ਪਹਿਲੇ ਮੋਰਚਾ ਸੰਭਾਲ ਕੇ ਬੈਠੇ ਸੀ, ਉਹਨਾਂ ਨੂੰ ਕੱਢ ਕੇ ਪਰਿਵਾਰ ਦੇ ਨਾਲ ਭੇਜਿਆ, ਆਪ ਉਹਨਾਂ ਨੇ ਅੱਗੇ ਆਪਣੀਆਂ ਛਾਤੀਆਂ ਡਾ ਕੇ ਸ਼ਹਾਦਤਾਂ ਦਿੱਤੀਆਂ। ਔਰ ਭਾਈ ਮਨੀ ਸਿੰਘ ਨੇ ਜਿਹੜੀ ਸ਼ਹਾਦਤ ਦਿੱਤੀ, ਕੌਮ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ। ਭਾਈ ਮਨੀ ਸਿੰਘ ਦੀ ਇੱਕ ਮੈਂ ਹੋਰ ਬੜੀ ਬੇਮਿਸਾਲ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਸ਼ਾਇਦ ਸਾਡੇ ਕੋਲ ਨਿਕਲ ਨਾ ਜਾਏ। ਭਾਈ ਸਾਹਿਬ ਨੇ ਜਿਹੜਾ ਹੈ ਗੁਰਬਾਣੀ ਦੀਆਂ ਪੋਥੀਆਂ ਬਣਾਉਣ ਦਾ ਰਿਵਾਇਤ ਹੈ, ਭਾਈ ਮਨੀ ਸਿੰਘ ਨੇ ਸ਼ੁਰੂ ਕਰਵਾਈ ਹੈ। ਹਾਂਜੀ, ਬਾਬਾ ਦੀਪ ਸਿੰਘ ਤੇ ਭਾਈ ਮਨੀ ਬੜੀ ਵੱਡੀ ਦੇਣ ਹੈ ਭਾਈ ਮਨੀ ਸਿੰਘ ਜੀ ਦੀ, ਜਿਹੜੇ ਕਿ ਅੱਜ ਜਿਹੜੇ ਗੁਟਕੇ ਬਣਾਉਂਦੇ ਆ, ਇਹ ਜਿਹੜੀਆਂ ਪੋਥੀਆਂ ਬਣਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਪੋਥੀਆਂ ਬਣਾਉਣ ਦਾ ਜਿਹੜਾ ਵਿਜ਼ਨ ਦਿੱਤਾ ਹੈ ਭਾਈ ਮਨੀ ਸਿੰਘ ਜੀ ਨੇ ਦਿੱਤਾ ਹੈ। ਔਰ ਮਤਲਬ ਮੈਂ ਤੇ ਬਜ਼ੁਰਗਾਂ ਕੋਲ ਇਹ ਗੱਲ ਵੀ ਸੁਣੀ ਹੈ ਕਿ ਉਹ ਕਹਿੰਦੇ ਸੀ ਜਦੋਂ ਉਹਨਾਂ ਨੇ ਸ਼ਹਾਦਤ ਕੀਤੀ, ਉਹ ਕਹਿੰਦਾ ਮੈਂ ਗੁਰਬਾਣੀ ਦੇ ਗੁਟਕੇ ਬਣਾਏ ਨੇ, ਇਸ ਕਰਕੇ ਮੇਰੀ ਪੰਥ ਮੈਨੂੰ, ਉਹਨਾਂ ਨੂੰ ਇਸ ਗੱਲ ਦਾ ਬੜਾ ਸੀ ਕਿ ਮੈਨੂੰ ਮੇਰੇ ਬੰਦ ਕੱਟੇ ਜਾ ਰਹੇ ਨੇ, ਤੇ ਉਹਨਾਂ ਨੂੰ ਇਸ ਗੱਲ ਦਾ ਬੜਾ ਹੈਗਾ ਸੀ, ਮਤਲਬ ਇਹ ਗੱਲ ਸੀ ਕਿ ਮੈਂ ਗੁਰਬਾਣੀ ਨੂੰ ਮਤਲਬ ਗੁਟਕਿਆਂ ਤੇ ਕੀਤਾ ਤੇ ਅੱਜ ਮੈਂ ਆਪਣੇ ਪੂਰਾ ਮੇਰਾ ਵੱਖਰਾ ਹੈ। ਤੇ ਉਹਨਾਂ ਨੂੰ ਬੜਾ ਸਕੂਨ ਇਸ ਗੱਲ ਦਾ, ਉਹਨਾਂ ਨੂੰ ਇੱਕ ਗੱਲ ਦਾ ਬੜਾ ਸਕੂਨ ਸੀ ਕਿ ਅੱਜ ਮੇਰਾ ਵੀ ਪੂਰਾ ਹੋਇਆ ਪੰਥ ਲਈ। ਤੇ ਇਹ ਬਹੁਤ ਵੱਡੀ ਉਹਨਾਂ ਦੀ ਦੇਣ ਹੈ, ਜਿਹੜੀ ਕਿ ਅਸੀਂ ਅਗਰ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਨੇ ਪੰਥ ਨੂੰ ਰਿਵਾਇਤਾਂ ਦਿੱਤੀਆਂ ਗੁਟਕਿਆਂ ਦੀਆਂ, ਔਰ ਇਹ ਕੋਈ ਆਮ ਆਦਮੀ ਨਹੀਂ ਦੇ ਸਕਦਾ।
ਕਿਉਂ? ਕਿਉਂਕਿ ਪੰਥ ਨੂੰ ਸਹੀ ਦਿਸ਼ਾ ਔਰ ਨਿਰਦੇਸ਼ ਦੇਣਾ। ਭਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਰੈਵੋਲੂਸ਼ਨ ਆਇਆ, ਉਹ ਰੈਵੋਲੂਸ਼ਨ ਆਇਆ ਸੀ ਭਾਈ ਮਨੀ ਸਿੰਘ ਦੇ ਟਾਈਮ ਦੇ ਉੱਤੇ ਹੀ ਸਿੱਖ ਮਿਸਲਾਂ ਦੀ ਜਿਹੜੀ ਵਿਉਂਤਬੰਦੀ ਸ਼ੁਰੂ ਹੋਈ ਸੀ। ਇਹਦੇ ਵਿੱਚ ਅਗਰ ਅਸੀਂ ਯੋਗਦਾਨ ਦਈਏ ਤੇ ਸੁੱਖਾ ਸਿੰਘ ਮਾੜੀ ਕੰਬੋ ਕੀ, ਭਾਈ ਮਨੀ ਸਿੰਘ, ਜੱਸਾ ਸਿੰਘ ਆਲੂਵਾਲੀਆ ਤੇ ਇਹ ਜਿਹੜੇ ਨੌਜਵਾਨ ਜਿਹੜਾ ਤਰਨਾ ਦਲ ਦਾ ਸੀ, ਇਹ ਜਿਹੜਾ ਤਰਨਾ ਦਲ ਔਰ ਬੁੱਢਾ ਦਲ, ਇਹ ਜਿਹੜੀਆਂ ਜਿੰਨੀਆਂ ਵੀ ਸਕੀਮਾਂ ਬਣਨੀਆਂ ਸੀ ਉਹਨਾਂ ਵਿੱਚ ਭਾਈ ਮਨੀ ਸਿੰਘ ਜੀ ਦੀ ਸਹਿਮਤੀ ਦੇ ਨਾਲ ਹੀ ਪੰਥ ਤੁਰਿਆ ਹੈ। ਇਹ ਬੜੀ ਵੱਡੀ ਇੱਕ ਗੱਲ ਵੀ ਹੈ ਕਿ ਉਸ ਸਮੇਂ, ਕਿਉਂਕਿ ਮਿਸਲਾਂ ਪਹਿਲੇ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਸਿੱਖਾਂ ਨੇ, ਭਾਈ ਮਨੀ ਸਿੰਘ ਦੇ ਟਾਈਮ ਤੋਂ ਮਿਸਲਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ ਔਰ ਪੰਥ ਦੇ ਵਿੱਚ ਪੜ੍ਹਨ ਦੀ ਰੁਚੀ ਪਾਣੀ। ਅੱਜ ਤੇ ਅਸੀਂ ਆਪਣੇ ਬੱਚਿਆਂ ਨੂੰ ਪਾਉਂਦੇ ਨਹੀਂ ਹੈ। ਉਹ ਜਿੱਦਾਂ ਦਿਲਬਾਗ ਸਿੰਘ ਜੀ ਕਹ ਰਹੇ, ਬੜੀ ਅੱਛੀ ਗੱਲ ਕਰੇ ਕਿ ਮਾਣ ਮਹਿਸੂਸ ਕਰਦੇ ਸੀ ਲੋਕ ਕਿ ਭਾਈ ਮਨੀ ਸਿੰਘ ਦੇ ਹੱਥੋਂ ਅੰਮ੍ਰਿਤ ਛਕਣਾ ਹੈ। ਤੇ ਇਹ ਪੰਥ ਦੇ ਵਿੱਚ 5 ਪਿਆਰੇ ਸਰਮੌਰ ਹੁੰਦੇ ਨੇ ਔਰ ਜਿਹੜਾ ਹੈ ਬੜਾ ਹੁੰਦਾ ਕਿ ਵੱਡੇ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦਾ ਆਸ਼ੀਰਵਾਦ ਜਿਹੜਾ ਹੁੰਦਾ ਹੈ, ਜਿਹੜੇ ਕਿ ਮਤਲਬ ਜਿਹੜੇ ਇੱਕ ਸਿਆਣੇ ਹੁੰਦੇ ਨੇ, ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਉਹ ਬੜਾ ਜ਼ਰੂਰੀ ਹੁੰਦਾ ਹੈ। ਤੇ ਇਹ ਉਹਦਾ ਜਿਹੜਾ ਰੈਵੋਲੂਸ਼ਨ ਸੀ, ਇਹ ਉਹਦਾ ਰੈਵੋਲੂਸ਼ਨ ਐ ਸੀ ਕਿ ਅਗਰ ਅਸੀਂ ਕਹੀਏ ਪੰਥ ਦੇ ਵਿੱਚ, ਮੈਂ ਇੱਕ ਗੱਲ ਹੋਰ ਤੁਹਾਨੂੰ ਐਡ ਆਨ ਕਰਨਾ ਚਾਹੁੰਦਾ, ਅਕਾਲ ਤਖਤ ਸਾਹਿਬ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਛੱਡਿਆ ਤੇ ਫਿਰ ਗੁਰੂ ਦਾ ਕੋਟ ਲੱਗਦਾ ਸੀ ਆਪਣਾ ਇਧਰ ਕੀਰਤਪੁਰ ਸਾਹਿਬ, ਉੱਥੇ ਗੁਰੂ ਸਾਹਿਬ ਕੋਟ ਲਗਾਉਂਦੇ ਸੀ। ਗੁਰੂ ਸਾਹਿਬ ਦੀ ਜਿਹੜੀ ਕੋਟ ਲਗਾਉਣ ਦੀ ਮਰਿਆਦਾ ਹੈ, ਪੰਥ ਦੇ ਵਿੱਚ ਕੋਟ ਲਗਾਉਣ ਦੀ ਮਰਿਆਦਾ ਹੈ, ਉਹ ਅਕਾਲ ਤਖਤ ਸਾਹਿਬ ਬਣਾਇਆ, ਅਕਾਲ ਬੁੰਗਾ। ਉਸ ਤੋਂ ਬਾਅਦ ਪੰਥ ਦੇ ਫੈਸਲੇ ਕਿੱਥੇ ਹੁੰਦੇ ਸੀ? ਕੀਰਤਪੁਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦੇ ਉੱਤੇ ਕੀਰਤਪੁਰ ਸਾਹਿਬ ਹੁੰਦੇ ਸੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਪੀਰੀਅਡ ਆਉਂਦਾ ਤੇ ਗੁਰੂ ਗੋਬਿੰਦ ਸਿੰਘ ਦਾ ਪੀਰੀਅਡ ਆਉਂਦਾ। ਉਹ ਪੀਰੀਅਡ ਦੇ ਵਿੱਚ ਪੰਥ ਜਿਹੜਾ ਪੰਥ ਦਾ ਜਿਹੜਾ ਕੋਟ ਹੈ ਉਹ ਚਲਾਇਮਾਨ ਰਿਹਾ। ਲੇਕਿਨ ਦੁਬਾਰਾ ਜੇ ਉਸ ਕੋਟ ਨੂੰ ਐਸਟੈਬਲਿਸ਼ ਕੀਤਾ ਅਕਾਲ ਤਖਤ ਸਾਹਿਬ ਨੂੰ, ਉਹਦੇ ਵਿੱਚ ਭਾਈ ਮਨੀ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਜਿਹੜੀ ਪੰਥ ਨੂੰ ਸਰਮੌਰ, ਪੰਥ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਮਾਨਤਾ ਜਾਂ ਸਰਮੌਰਤਾ ਜਿਹੜੀ ਅਗਰ ਅੱਜ ਅਸੀਂ ਦੇਖ ਰਹੇ ਹਾਂ, ਪੰਥਕ ਫੈਸਲੇ ਅਕਾਲ ਤਖਤ ਸਾਹਿਬ ਤੇ ਆ ਕੇ ਫੈਸਲੇ ਹੋਣੇ, ਅਕਾਲ ਤਖਤ ਸਾਹਿਬ ਤੇ ਆ ਕੇ ਫੈਸਲੇ ਹੋਣੇ, ਇਹ ਜਿਹੜੀ ਮਰਿਆਦਾ ਸ਼ੁਰੂ ਕੀਤੀ ਹੈ, ਇਹ ਜਿਹੜਾ ਸਿਸਟਮ ਸ਼ੁਰੂ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ, ਜਿਹੜਾ ਸਿਸਟਮ ਚੱਲਿਆ ਆ ਰਿਹਾ ਸੀ। ਕਿਉਂਕਿ ਭਾਈ ਮਨੀ ਸਿੰਘ ਨੂੰ ਗੁਰੂ ਸਾਹਿਬ ਦੇ ਵਿਜ਼ਨ ਦਾ ਅੰਦਾਜ਼ ਸੀ, ਉਸ ਵਿਜ਼ਨ ਨੂੰ, ਉਸ ਵਿਜ਼ਨ ਦੇ ਉੱਤੇ ਪਹਿਰਾ ਦਿੰਦੇ ਰਹੇ ਭਾਈ ਮਨੀ ਸਿੰਘ ਨੇ ਅਕਾਲ ਤਖਤ ਸਾਹਿਬ ਨੂੰ ਫਿਰ ਦੁਬਾਰਾ ਉਹਦੀ ਮਾਣ ਮਤਾ ਜਿਹੜਾ ਹੈ ਉਹਨੂੰ ਐਸਟੈਬਲਿਸ਼ ਕਰਾਇਆ ਔਰ ਸਿੱਖਾਂ 'ਚ ਰਵਾਇਤ ਪਾਈ ਕਿ ਦੇਖੋ ਹਰ ਕੰਮ ਹੁੰਦਾ ਹੈ ਫਸਲਾਂ ਦੇ ਉੱਤੇ। ਵਿਸਾਖੀ ਦੇ ਨੇੜੇ ਆਪਣੀ ਕਣਕ ਦੀ ਫਸਲ ਵਾਢੀ ਕੀਤੀ ਤੇ ਲੋਕ ਆ ਗਏ ਹਾਂਜੀ ਵਾਢੀਆਂ ਕਰਕੇ ਤੇ ਆਪਣਾ ਦਸਵੰਤ ਦਿੱਤਾ। ਇਹ ਰਵਾਇਤਾਂ ਜਿਹੜੀ ਪੰਥਕ ਰਵਾਇਤਾਂ ਸ਼ੁਰੂ ਕਰਾਈਆਂ ਭਾਈ, ਇਹਦੇ ਵਿੱਚ ਇਹਨਾਂ ਨੂੰ ਐਸਟੈਬਲਿਸ਼, ਇਹਨੂੰ ਰੈਗੂਲਰਾਈਜ਼ ਕਰਾਇਆ ਜਾਂ ਇਹਨੂੰ ਆਰਗੇਨਾਈਜ਼ ਕਰਾਇਆ। ਉਹਦੇ ਵਿੱਚ ਆਰਗੇਨਾਈਜੇਸ਼ਨ 'ਚ ਭਾਈ ਮਨੀ ਸਿੰਘ ਦਾ ਬੜਾ ਵੱਡਾ ਦੇਣ ਹੈ ਔਰ ਉਹੀ ਹੀ ਉਸ ਰੈਵੋਲੂਸ਼ਨ ਦਾ ਹੀ ਨਤੀਜਾ ਸੀ ਜਾਂ ਉਸ ਪੰਥਕ ਸੋਚ ਦਾ ਹੀ ਨਤੀਜਾ ਸੀ ਕਿ ਅੱਗੇ ਜਿਹੜੇ ਫੈਸਲੇ ਨੇ ਉਹ ਅਕਾਲ ਤਖਤ ਸਾਹਿਬ ਤੋਂ ਹੋਣ ਲੱਗ ਪਏ ਔਰ ਉੱਥੇ ਸਿੱਖਾਂ ਨੇ ਉੱਥੇ ਇਕੱਠੇ ਹੋ ਕੇ ਰਵਾਇਤ ਆਪਣੀਆਂ ਬਣਾਏ ਕਿ ਅਸੀਂ ਪੰਥ ਦੇ ਫੈਸਲੇ ਸਾਰੀ ਮਿਸਲਾਂ ਉੱਥੇ ਇਕੱਠੇ ਹੋ ਕੇ ਕਰਦੇ ਹਾਂ। ਤੇ ਇੱਕ ਇਹ ਬੜਾ ਜ਼ਰੂਰੀ ਸੀ। ਅਗਰ ਅਸੀਂ ਦੇਖੀਏ ਕਿ ਪਹਿਲਾ ਘੱਲੂਘਾਰਾ ਹੋਇਆ, ਦੂਜਾ ਘੱਲੂਘਾਰਾ ਹੋਇਆ, ਜੇ ਪੰਥ ਨੇ ਕੋਈ ਫੈਸਲੇ ਲਏ, ਉਹ ਫੈਸਲੇ ਜਿਹੜੇ ਕਿਤੇ ਨਾ ਕਿਤੇ ਰਹੇ ਉਹ ਉੱਥੇ ਬੈਠ ਕੇ ਲਏ ਔਰ ਉਹਨਾਂ ਨੇ ਇੱਕ ਜੁਟਤਾ ਨਾਲ ਲਏ। ਇਹ ਬੜੀ ਵੱਡੀ ਦੇਣ ਭਾਈ ਮਨੀ ਸਿੰਘ ਐਸਟੈਬਲਿਸ਼ ਕਰਕੇ ਗਏ ਸੀ। ਜਿਹੜੀ ਗੁਰੂ ਸਾਹਿਬ ਦੀ ਰਵਾਇਤਾਂ ਸੀ, ਉਹਨਾਂ ਹੀ ਰਵਾਇਤਾਂ ਨੂੰ ਉਹਨਾਂ ਨੇ ਪੰਥ ਦੇ ਵਿੱਚ ਮੁੜ ਸਰਜੀਵ ਉਹਨਾਂ ਨੂੰ ਚਾਲੂ ਰੱਖਿਆ ਤੇ ਉਹਨਾਂ ਦੀ ਬਹੁਤ ਕਮਾਲ ਦਾ ਪੱਖ ਤੁਸੀਂ ਜਿਹੜਾ ਹੈਗਾ ਨਾ ਉਜਾਗਰ ਕੀਤਾ ਭਾਈ ਮਨੀ ਸਿੰਘ ਜੀ ਦੇ ਯੋਗਦਾਨ ਜਿਹੜਾ ਹੈ ਨਾ। ਮੇਰੇ ਖਿਆਲ ਨਾਲ ਸ਼ਾਇਦ ਵਾਇਸ ਆਫ ਮਾਨਵਤਾ ਦਾ ਅਸੀਂ ਆਪਾਂ ਸਾਰੇ ਜਾਣੇ ਆਪਣੀ ਵੀ ਖੁਸ਼ਕਿਸਮਤੀ ਸਮਝਦੇ ਹਾਂ ਕਿ ਅਸੀਂ ਇਸ ਪਲੇਟਫਾਰਮ ਤੋਂ ਜਿਹੜਾ ਹੈਗਾ ਆ ਅਸੀਂ ਇਹ ਪ੍ਰਚਾਰ ਕਰਨ ਦੇ ਯੋਗ ਹੋਏ ਹਾਂ ਕਿ ਭਾਈ ਮਨੀ ਸਿੰਘ ਜੀ ਦੇ ਉਹ ਪੱਖ ਜਿਹੜੇ ਆਮ ਦੁਨੀਆ ਨੂੰ ਨਹੀਂ ਪਤਾ ਹੈਗੇ ਆ, ਉਹ ਅਸੀਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬ੍ਰजेश चौधरी जी अपना माइक ऑन कीजिए जी। ब्रजेश चौधरी जी अपना माइक ऑन कीजिए सर। आपने हमारी बातें तो सुनी होगी, हमने तो पंजाबी में बातें की है क्योंकि आप थोड़ी बहुत ही जल्दी इसकी समझ रखते हैं तो आपको मालूम पड़ा होगा कि कैसे शहादत होती है। कौम की जो शहादत है, कुर्बानी जो है,
सिख कौम में जो एक दौर चलता है उसका आज हमने टॉपिक रखा था और हम बात कर रहे थे। और कुर्बानी के बारे में आपका क्या कहना है? यदि कुर्बानी लोग करते हैं तो फिर राज फिर कायम होते हैं। कुर्बानी के बिना, शहादत के बिना राज कायम नहीं होते। और आज एक गुरसिख की, एक सिख लीडर की कुर्बानी का दिन है। जैसे हम गुरुओं की कुर्बानी का दिन मनाते हैं ना, तो ये दिन है। और आप इस विषय पर क्या कहना चाहेंगे ब्रजेश जी? आप हमारी बात सुन पा रहे हैं? आई थिंक उनको हमारी आवाज पहुंच नहीं रही है। सरदार दिलबाग ਸਿੰਘ ਜੀ, ਤੁਸੀਂ ਆਪਣੇ ਵਿਚਾਰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਜਿਹੜੀ ਹੈਗੀ ਆ ਉਹਦੇ ਬਾਰੇ ਆਪਣੇ ਵਿਚਾਰ ਜਿਹੜੇ ਹੈਗੇ ਰੱਖੋ ਤੇ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਚੱਲੀਏ। ਮੈਂ ਅਖੀਰ ਵਿੱਚ ਇਹੀ ਕਹਾਂਗਾ ਵੀਰ ਜੀਓ ਕਿ ਭਾਈ ਸਾਹਿਬ ਦੇ ਜੀਵਨ ਦੇ ਗੁਣ, ਉਹਨਾਂ ਦਾ ਨਾਂ ਮਣੀਆਂ ਸੀ ਜਾਂ ਗੁਣੀਆਂ ਸੀ, ਬਾਅਦ ਵਿੱਚ ਭਾਈ ਮਣੀ ਸਿੰਘ ਪੈ ਗਿਆ। ਤੇ ਜਿੰਨੇ ਗੁਣ ਉਹਨਾਂ ਦੇ ਜੀਵਨ ਦੇ ਵਿੱਚ ਸਾਨੂੰ, ਉਹਨਾਂ ਗੁਣਾਂ ਤੋਂ ਸਾਨੂੰ ਕੁਝ ਨਾ ਕੋਈ ਸੇਧ ਲੈਣੀ ਚਾਹੀਦੀ ਹੈ ਕਿ ਕੁਰਬਾਨੀ ਦਾ ਗੁਣ, ਗੁਰੂ ਘਰ ਨਾਲ ਸਮਰਪਿਤ ਭਾਵਨਾ ਦਾ ਗੁਣ, ਕਿੰਨਾ ਲੰਮਾ ਸਮਾਂ ਗੁਰੂ ਘਰ ਦੇ ਵਿੱਚ ਉਹ ਦੀਵਾਨ ਰਹੇ, ਗੁਰਬਾਣੀ ਪੜ੍ਹਨੀ, ਪੜ੍ਹਾਉਣੀ, ਲਿਖਣੀ, ਲਿਖਾਉਣੀ, ਮਹਾਨ ਵੱਡਮੁੱਲੀਆਂ ਸੇਵਾਵਾਂ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਗੁਰੂ ਘਰ ਦੇ ਦੀਵਾਨ ਮਤਲਬ ਕਿ ਮੁੱਖ ਸਲਾਹਕਾਰ ਸਨ ਗੁਰੂ ਸਾਹਿਬ ਦੇ ਉਹ ਰਹੇ। ਕਿ ਜਿਹੜੀ ਸਭ ਤੋਂ ਨਿੱਜੀ ਗੱਲ, ਕੋਈ ਪਰਸਨਲ ਗੱਲ ਹੁੰਦੀ ਸੀ ਗੁਰੂ ਸਾਹਿਬ, ਉਹ ਵੀ ਉਹਨਾਂ ਦੇ ਨਾਲ ਹੀ ਕਰਦੇ ਹੁੰਦੇ ਸਨ। ਕਿ ਨਿੱਜੀ ਸਲਾਹਕਾਰ ਸਨ ਗੁਰੂ ਸਾਹਿਬ ਦੇ। ਜਿਵੇਂ ਅੱਜ ਕਿਹਾ ਜਾਂਦਾ ਪੀਏ, ਕਿਸੇ ਵੱਡੇ ਬੰਦੇ ਦਾ ਕੋਈ ਪੀਏ ਹੋਵੇ ਨਾ, ਉਹ ਉਹਨਾਂ ਕੋਲ ਅਹੁਦਾ ਤੇ ਮਾਣ ਸੀ। ਤੇ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜੇ ਭਾਈ ਸਾਹਿਬ, ਭਾਈ ਮਨੀ ਸਿੰਘ ਜੀ, ਆਪਣਾ ਸਾਰਾ ਪਰਿਵਾਰ ਤੇ ਸਾਰਾ ਕੁਟੁੰਬ ਵੀ ਉਹਨਾਂ ਨੇ, ਸਾਰਾ ਸਰਬੰਸ ਹੀ ਗੁਰੂ ਦੇ ਲੇਖੇ ਲਾ ਦਿੱਤਾ। ਆਪਣਾ ਸਾਰਾ ਜੀਵਨ ਹੀ ਗੁਰੂ ਘਰ ਦੇ ਵਾਸਤੇ ਉਹਨਾਂ ਨੇ ਕੁਰਬਾਨੀ ਦੇ ਰੂਪ ਵਿੱਚ ਕੁਰਬਾਨ ਕਰ ਦਿੱਤਾ। ਤੇ ਅੱਜ ਸਾਨੂੰ ਘੱਟੋ ਘੱਟ ਪਰਿਵਾਰਾਂ ਵਿੱਚ ਰਹਿੰਦਿਆਂ, ਆਪਣੇ ਕਾਰੋਬਾਰਾਂ ਦੇ ਵਿੱਚ ਰਹਿੰਦਿਆਂ, ਗ੍ਰਸਤੀ ਕਿਰਤੀ ਜੀਵਨ ਬਤੀਤ ਕਰਦਿਆਂ ਸਾਨੂੰ ਕੁਝ ਨਾ ਕੁਝ ਜਿਹੜਾ ਹੈ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਤੇ ਸਾਡੇ ਅੰਦਰ ਵੀ ਸਮਰਪਣ ਭਾਵਨਾ ਆਵੇ, ਸਾਡੇ ਅੰਦਰ ਵੀ ਗੁਰਬਾਣੀ ਦੇ ਪ੍ਰਤੀ ਪਿਆਰ ਪੈਦਾ ਹੋਵੇ। ਅਸੀਂ ਜਿਵੇਂ ਅੱਜ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਦਾ ਹਾਂ ਤੇ ਬਾਕੀ ਵੀ ਚਲੋ ਇੰਡੀਆ ਦੇ ਵਿੱਚ ਬਹੁਤ ਥਾਵਾਂ ਤੇ ਦੇਖਿਆ ਜਾਂਦਾ ਹੈ, ਵਾਤਾਵਰਨ ਦੇ ਉੱਤੇ ਕੰਮ ਕਰਨ ਦੀ ਬੜੀ ਵੱਡੀ ਜ਼ਰੂਰਤ ਹੈ। ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਪੀਸੋਡ ਅਸੀਂ ਵਾਤਾਵਰਨ ਤੇ ਵੀ ਗੱਲ ਕਰੀਏ। ਗੁਰੂ ਸਿੰਘ ਨੇ ਬੜੇ ਵੱਡੇ ਸੁਨੇਹੇ ਦਿੱਤੇ ਸਨ। ਹਾਂ, ਭਾਈ ਮਣੀ ਸਿੰਘ ਦੇ ਜੀਵਨ ਤੋਂ ਕੋਈ ਸੇਧ ਲੈ ਕੇ ਵੇਖੋ। ਇਹਨਾਂ ਬਜ਼ੁਰਗਾਂ ਦੇ ਗੱਲਾਂ ਕਰਨੀਆਂ, ਇਹਨਾਂ ਦੇ ਜੀਵਨ ਦੇ ਬਾਰੇ ਇਹੀ ਹੁੰਦਾ ਹੈ ਕਿ ਅਸੀਂ ਵੀ ਕੁਝ ਕਰੀਏ ਨਾ। ਤੇ ਮਤਲਬ ਇਹ ਹੈ ਕਿ ਸਾਨੂੰ ਘੱਟੋ ਘੱਟ ਵਾਤਾਵਰਨ ਤੇ ਕੰਮ ਕਰਨਾ ਚਾਹੀਦਾ ਹੈ। ਪਾਣੀ, ਰੁੱਖ ਸੰਭਾਲਣੇ ਚਾਹੀਦੇ ਨੇ। ਬਜ਼ੁਰਗਾਂ ਦੇ ਇਲਾਜ ਵਾਸਤੇ ਜਾਂ ਦਵਾਈ ਪੜ੍ਹਾਈ ਵਾਸਤੇ ਇਦਾਂ ਦੇ ਕਾਰਜ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਵੀ ਮਨੁੱਖਤਾ ਦੇ, ਮਾਨਵਤਾ ਦੇ ਭਲੇ ਵਾਸਤੇ ਕੋਈ ਚੰਗਾ ਕਰ ਸਕੀਏ। ਇਹੀ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ। ਸਰਦਾਰ ਮੇਘਰਾਜ ਸਿੰਘ ਜੀ, ਤੁਸੀਂ ਹੈਗੇ ਆ ਜੀ ਐਕਟਿਵ? ਅਸੀਂ ਤੁਹਾਡੇ ਵਿਚਾਰ ਲਈਏ। ਮੇਰੇ ਖਿਆਲ ਨਾਲ ਸਿੰਘ ਸਾਹਿਬ ਬਿਜ਼ੀ ਹੋਣਗੇ। ਤੇ ਅੱਜ ਦੇ ਦਿਨ ਦੇ ਵਿੱਚ ਅਸੀਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕੀਤਾ ਹੈਗਾ ਤੇ ਵਾਇਸ ਆਫ ਮਾਨਵਤਾ ਤੇ ਪੂਰੇ ਸਿੱਖ ਸਮਾਜ ਵੱਲੋਂ ਜਿਹੜਾ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਜਿਹੜੇ ਕਿ ਬੜੀ ਵੱਡੀ ਸ਼ਹੀਦੀ ਸੀ, ਸ਼ਰਧਾ ਦੇ ਫੁੱਲ ਅਸੀਂ ਭੇਟ ਕਰਦੇ ਹੈਗੇ ਆ ਤੇ ਕੋਟ ਪ੍ਰਣਾਮ ਕਰਦੇ ਹਾਂ ਇਹੋ ਜੀ ਸ਼ਹਾਦਤ ਨੂੰ। ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਅਸੀਂ ਸਰਬੰਸਦਾਨੀ ਲਫ਼ਜ਼ ਇਸਤੇਮਾਲ ਕਰਦੇ ਹਾਂ ਤੇ ਮਗਰ ਇਹ ਤੋਂ ਬਾਅਦ ਦੇ ਵਿੱਚ ਕੌਮ ਦੇ ਵਿੱਚ ਜਿਹੜਾ ਸਭ ਤੋਂ ਵੱਡੇ ਪਰਿਵਾਰ ਦਾ, ਆਪਣੇ ਪਰਿਵਾਰ ਦਾ ਹੀ ਨਹੀਂ ਆਪਣੇ ਰਿਸ਼ਤੇਦਾਰਾਂ ਦਾ ਵੀ ਜਿਹੜਾ ਹੈਗਾ ਆ ਕੁਰਬਾਨੀ ਜਿਹੜੀ ਕਰਵਾਉਣ ਦੇ ਵਿੱਚ ਜਿਹੜੀ ਭਾਈ ਮਨੀ ਸਿੰਘ ਜੀ ਦੀ ਜਿਹੜਾ ਯੋਗਦਾਨ ਜਿਹੜਾ ਆਉਂਦਾ ਹੈ ਉਹ ਵੀ ਭੁਲਾਇਆ ਨਹੀਂ ਜਾ ਸਕਦਾ। ਜਿੱਥੇ ਗੁਰੂ ਧੰਨ ਹੈ, ਗੁਰੂ ਦੇ ਸਿੱਖ ਵੀ ਧੰਨ ਹਨ ਜਿਨ੍ਹਾਂ ਨੇ ਕੌਮ ਦੇ ਵਾਸਤੇ, ਦੇਸ਼ ਦੇ ਵਾਸਤੇ ਕੁਰਬਾਨੀਆਂ ਕੀਤੀਆਂ। ਅੱਜ ਅਸੀਂ ਸੋਹਣਾ ਸਮਾਂ ਦੇਖ ਰਹੇ ਹਾਂ, ਵਧੀਆ ਸਮਾਂ ਦੇਖ ਰਹੇ ਹਾਂ ਤੇ ਉਹ ਆਪਣੇ ਬਜ਼ੁਰਗਾਂ ਦੀਆਂ, ਉਹਨਾਂ ਨੇ ਪਰਿਵਾਰਾਂ ਦੇ ਪਰਿਵਾਰ ਸਾਰੇ ਵਾਰ ਦਿੱਤੇ। ਇਸ ਕਰਕੇ ਇਹ ਜਿਹੜਾ ਸਮਾਂ ਸੋਹਣਾ ਬਣਿਆ ਹੈਗਾ। ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਵੀ ਰੱਖੀਏ, ਸੇਧ ਲੈ ਕੇ ਅਸੀਂ ਜਿਹੜਾ ਹੈਗਾ ਅਸੀਂ ਵੀ ਕੁਛ ਨਾ ਕੁਛ ਜਿਹੜਾ ਹੈਗਾ ਆਪਣੇ ਸਮਾਜ, ਆਪਣੇ ਦੇਸ਼, ਆਪਣੀ ਕੌਮ ਦੇ ਵਾਸਤੇ ਕਰ ਸਕੀਏ। ਇਹੋ ਜਿਹੀਆਂ ਕਾਮਨਾਵਾਂ ਮੈਂ ਕਰਦਾ ਹੋਇਆ ਮੈਂ ਪ੍ਰੋਗਰਾਮ ਦੀ ਸਮਾਪਤੀ ਵੱਲ ਜਾ ਰਿਹਾ ਹਾਂ। ਸਰਦਾਰ ਰਜਿੰਦਰ ਸਿੰਘ ਜੀ, ਸਰਦਾਰ ਦਿਲਬਾਗ ਸਿੰਘ ਜੀ ਬਲੇਰ ਸਾਹਿਬ ਤੇ ਬਰਜੀਸ਼ ਚੌਧਰੀ ਜੀ ਉਹ ਸਾਨੂੰ ਸੁਣਦੇ ਰਹੇ ਹੈਗੇ ਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਹੁਣ ਅਗਲੇ ਸ਼ਨੀਚਰਵਾਰ ਫਿਰ ਅਸੀਂ ਇੱਕ ਨਵੇਂ ਟਾਪਿਕ ਦੇ ਨਾਲ ਜਿਹੜੀ ਹੈਗੀ ਆ ਆਪਣੀ ਗੱਲਬਾਤ ਕਰਾਂਗੇ। 9 ਤੋਂ 10 ਇਹ ਹਮੇਸ਼ਾ ਸਾਡਾ ਟਾਈਮ ਹੁੰਦਾ ਤੇ ਆਪਾਂ ਜ਼ਰੂਰ ਅਗਲੇ ਵੀ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਜੁੜਾਂਗੇ। ਬਹੁਤ ਬਹੁਤ ਧੰਨਵਾਦ ਜੀ
ਸਾਡੇ ਬਹੁਤ ਬਹੁਤ guests ਧੰਨਵਾਦ ਜੀ ਦਾ। ਵਾਈਸ ਆਫ ਮਾਨਸਾ ਦਾ। ਹਾਂਜੀ ਹਾਂਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਹੈਗਾ, ਤੇ ਸਾਡੇ ਵਿਊਅਰਸ ਦਾ ਜਿਨ੍ਹਾਂ ਨੇ ਸਾਨੂੰ ਸੁਣਿਆ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਬਹੁਤ ਬਹੁਤ ਧੰਨਵਾਦ ਜੀ ਵਾਈਸ ਆਫ ਮਾਨਸਾ, ਬੜਾ ਅੱਛਾ ਕੰਮ ਕਰ ਰਿਹਾ, ਬੜਾ ਉਪਰਾਲਾ ਕਰ ਰਿਹਾ, ਜਿਹੜਾ ਕਿ ਇਹ ਪੰਥਕ ਸੇਧ ਜਿਹੜੀ ਹੈ ਸੰਗਤ ਤੱਕ ਪਹੁੰਚਾ ਰਿਹਾ ਹੈ। ਔਰ ਜਿੱਥੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਹ ਹੁੰਦੀ ਹੈ ਕਿ ਜਿੱਥੇ ਤੁਸੀਂ ਆਮ ਸਿੱਖਾਂ ਤੱਕ ਤੇ ਗੱਲ ਹੈ ਹੀ ਹੈ, ਤੁਸੀਂ ਆਮ ਬਾਹਰਲੇ ਜਿਹੜੇ ਹੋਰ ਨਾ ਭਾਈਚਾਰੇ ਆ ਉਹਨਾਂ ਤੱਕ ਵੀ ਆਪਣੀ ਸਾਰੀ ਪੰਥਕ ਗੱਲਾਂ ਪਹੁੰਚਾਉਂਦੇ ਹੋ। ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ